ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। अब मैं कौन उपाय करूं, जे विद मन को संसार चूकै, पवनिद पार परों। जन्म पाए कछ भलो ना कीनो, ताहते अधिक डरों। मन बच क्रम हर गुण नहीं गाए, यह जी सोच थरों। गुरमत सुन कछ ज्ञान न उपजियो, पस ज्यों उदर भरों। कहो नानक प्रभ बिरद पछानो, तब हों पतित तरों। जतन बहुत मैं कर रहे हो, मिट्यो ना मन को मान। दुर्मत स्यों नानक फदियो, राख लेहो भगवान। दंडौत बंदन अनिक बार, सर्व कला समरथ। डोलन ते राखो प्रभु, नानक दे कर हथ। सतनाम धन वाहिगुरु साहिब जियो। एक ओंकार सतनाम करता पुरख, निर्भौ निर्वैर। अकाल मूरत अजूनी सैभं गुर प्रसाद। राग जय जावंती महला नौवा। राम सिमर राम सिमर, ए है तेरा काज है। माया को संग त्याग, प्रभ जो की शरण लाग। जगत सुख मान मिथ्या, झूठो सब साज है रहाओ। सुपने ज्यों तन पछान, काहे पर करतमान।
बारू की पीत जैसे बसुदा को राज है। नानक जन कहत बात, बिनस जय है तेरो गात। छिन छिन कर गयो काल, तैसे जात आज है। नानक जन कहत बात, बिनस जय है तेरो गात। छिन छिन कर गयो काल, तैसे जात आज है। वाहिगुरु जी का खालसा, वाहिगुरु जी की फतेह। परम सन्मान योग जुगो जुग अटल ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਜਿਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਸਟੇਜ ਤੋਂ ਆਪ ਸੰਗਤ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਆਹ ਸਾਲ ਜਿਹੜਾ ਬਤੀਤ ਹੋ ਰਿਹਾ ਹੈ, ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੈ। ਜਦੋਂ ਇਸ ਵਰੇ ਇਸ ਅਸਥਾਨ ਤੇ ਕਥਾ ਕਰਨ ਆਉਣਾ ਸੀ ਔਰ ਪ੍ਰਬੰਧਕ ਵੀਰਾਂ ਵੱਲੋਂ ਇਹ ਸੁਝਾਅ ਕਹਿ ਲਵੋ, ਇਹ ਵਿਚਾਰ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਦੀ ਕਥਾ ਹੋ ਜਾਏ, ਪਰ ਮੈਂ ਬੇਨਤੀ ਕੀਤੀ ਪਿਛਲੇ ਸਾਲ ਲੋਕਡਾਊਨ ਭਾਰਤ ਵਿਖੇ ਘਰੋਂ ਹੀ ਸਤਿਗੁਰਾਂ ਦੇ ਅੰਮ੍ਰਿਤ ਬਚਨ ਸ਼ਲੋਕਾਂ ਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਔਰ ਇਸ ਜਗ੍ਹਾ ਤੇ ਆ ਕੇ ਆਪਾਂ 2 ਹਫ਼ਤੇ ਨਿਰੰਤਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਅੰਮ੍ਰਿਤ ਸ਼ਬਦ ਨੇ ਉਹਨਾਂ ਦੀ ਵਿਚਾਰ ਇਸ ਜਗ੍ਹਾ ਤੋਂ ਪ੍ਰਾਰੰਭ ਕੀਤੀ। ਭਾਵੇਂ ਇਸ ਅਸਥਾਨ ਤੇ ਲੜੀਵਾਰ ਕਥਾ ਵਿਚਾਰ ਚੱਲਦੀ ਹੈ, ਜੋ ਪ੍ਰਬੰਧਕ ਵੀਰਾਂ ਨੇ ਸੁਝਾਅ ਦਿੱਤਾ, ਜੋ ਅਸੀਂ ਸ਼ੁਰੂਆਤ ਕੀਤੀ, ਇਸ ਅਸਥਾਨ ਤੋਂ ਭਾਈ ਸਾਹਿਬ ਸਿੰਘ ਬੈਠੇ ਨੇ, ਮੈਂ ਕੋਈ ਸਿਫਤ ਨਹੀਂ ਕਰ ਰਿਹਾ, ਹਰ ਜਗ੍ਹਾ ਤੇ ਨਾਲ ਜਾ ਕੇ ਹੁਣ ਤੱਕ 55 ਸ਼ਬਦ ਸਤਿਗੁਰਾਂ ਦੇ ਜਿੱਥੇ ਦਾਸ ਗਿਆ ਤਕਰੀਬਨ ਹਰ ਜਗ੍ਹਾ ਤੇ ਜਾ ਕੇ ਨਾ ਕਥਾ ਰਿਕਾਰਡ ਕਰ ਲਈ। ਇਸ ਵਿੱਚ ਫ੍ਰਿਜਨੋ, ਸੈਕਰਾਮੈਂਟੋ, ਐਲੇ ਤੱਕ ਹੁਣ 4 ਸ਼ਬਦ ਜੈਜਾਵੰਤੀ ਰਾਗ ਦੇ ਰਹਿ ਗਏ ਆ। ਕੋਈ ਪਤਾ ਨਹੀਂ ਜ਼ਿੰਦਗੀ 'ਚ ਇਸ ਬਾਣੀ ਨੂੰ ਲੜੀਵਾਰ ਆਪਾਂ ਦੁਬਾਰਾ ਕਰਨਾ ਹੈ ਜੇ ਨਹੀਂ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨੀ ਕੁ ਬਖਸ਼ੀਸ਼ ਕੀਤੀ, ਅਸੀਸ ਦਿੱਤੀ, ਹਰ ਜਗ੍ਹਾ ਤੇ ਸਤਿਗੁਰੂ ਦੇ ਹੀ ਸਿਫਤੋ ਸਲਾਹ ਆਪਾਂ ਕਰਦੇ ਆਏ ਹਾਂ। ਅੱਜ 4 ਸ਼ਬਦ ਜੋ ਰਾਗ ਜੈਜਾਵੰਤੀ ਦੇ ਨੇ, ਇਸ ਦੀ ਵਿਚਾਰ ਆਪਾਂ ਪ੍ਰਾਰੰਭ ਕਰਨੀ ਹੈ। ਜਿਵੇਂ ਅਸੀਂ ਪਿਛਲੇ ਦਿਨਾਂ 'ਚ ਇੱਥੇ ਵਿਚਾਰ ਕਰਦੇ ਰਹੇ, ਉਸੇ ਤਰ੍ਹਾਂ ਹੀ ਮੈਂ ਅਰਜ਼ ਕਰਾਂਗਾ, ਜਿਹੜੇ ਜਿਹੜੇ ਬਚਨ ਦੀ ਵਿਚਾਰ ਚੱਲੇਗੀ ਉਹ ਸਕਰੀਨ ਉੱਤੇ ਆ ਜਾਏ,
ਔਰ ਇਸ ਨਾਲ ਸਾਨੂੰ ਅਰਥ ਕਰਨ ਵਿੱਚ ਸੁਖੈਨਤਾ ਆਉਂਦੀ ਹੈ। ਤੇ ਇਕੱਲਾ ਬੁਲਾਰਾ ਹੀ ਨਹੀਂ, ਸੰਗਤ ਵਿੱਚ ਇੰਨੀ ਭਾਵਨਾ ਵਾਲੇ ਗੁਰਬਾਣੀ ਦੇ ਅਭਿਆਸੀ ਬੈਠੇ ਹੁੰਦੇ ਆ, ਅਰਥ ਕਰਦਿਆਂ ਉਹਨਾਂ ਕੋਲੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਚਾਰਨ ਦੇ ਸੰਬੰਧ ਵਿੱਚ, ਅਰਥਾਂ ਦੇ ਸੰਬੰਧ ਵਿੱਚ। ਕਿਉਂਕਿ ਇੱਕ ਗੱਲ ਬੜੀ ਸਪਸ਼ਟ ਹੈ, ਅਸੀਂ ਜੋ ਮਰਜ਼ੀ ਇੱਕ ਦੂਜੇ ਨੂੰ ਕਹੀ ਜੇ ਮਹਾਨ, ਬਹੁਤ ਉੱਚੇ, ਬਹੁਤ ਵਿਦਵਾਨ, ਸੱਚ ਇਹ ਵੇ ਕਿ ਸਾਰੀ ਜ਼ਿੰਦਗੀ ਲਾ ਕੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਤਿਲ ਮਾਤਰ ਵੀ ਨਹੀਂ ਕਹਿ ਸਕਦੇ, ਇੰਨੀ ਸਾਡੀ ਸਮਰੱਥਾ ਨਹੀਂ। ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਇਸ ਅਸਥਾਨ ਤੋਂ ਵਿਚਾਰ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ। ਤੇ ਮੈਂ ਇਹ ਕੇਵਲ ਵਿਖਾਵੇ ਮਾਤਰ ਨਹੀਂ, ਅਸੀਸ ਦਾ ਮਤਲਬ ਹੁੰਦਾ ਹੈ ਕਿ ਸੁਣ ਵਾਲਾ ਸਰੋਤਾ ਕੋਈ ਵੀ ਬੁਲਾਰੇ ਦੇ ਪ੍ਰਤੀ ਨੈਗੇਟਿਵ ਫੁਰਨੇ ਨਾ ਬਣਾਏ, ਕਿਉਂਕਿ ਉਸ ਦੀ ਵਿਚਾਰ ਵਿੱਚ ਬੜੀ ਦਿੱਕਤ ਆਉਂਦੀ ਹੈ। ਫਿਰ ਉਸ ਨੂੰ ਆਪ ਜਿਤਨੇ ਬੈਠੇ ਹੋ ਅਸੀਸ ਬਖਸ਼ੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਚਰਨਾਂ ਦਾ ਓਟ ਆਸਰਾ ਲਈਏ ਔਰ ਸਤਿਗੁਰੂ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਕਰ ਸਕੀਏ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਬਖਸ਼ਿਸ਼ ਕਰੋ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਸ ਦਿਨ ਹਜ਼ੂਰ ਦੇ ਇਸ ਅਸਥਾਨ ਤੋਂ ਵਿਚਾਰ ਸ਼ੁਰੂ ਕੀਤੀ ਸੀ, ਆਪ ਸੰਗਤ ਨੂੰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸੰਬੰਧ ਵਿੱਚ ਸੰਖੇਪ ਜੀ ਵਿਚਾਰ ਜਾਂ ਜਾਣਕਾਰੀ ਸਾਂਝੀ ਕੀਤੀ ਸੀ। ਮੈਂ ਉਹ ਥੋੜੀ ਜਿਹੀ ਰਿਪੀਟ ਕਰ ਦੇਣਾ ਸੀ, ਲੜੀ ਨਾਲ ਜੁੜ ਸਕੀਏ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੇ ਆਪਣੀ ਰਸਨਾ ਤੋਂ ਜੋ ਬਚਨ ਉਚਾਰਨ ਕੀਤੇ ਨੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਉਚਾਰਨ ਕੀਤੀ ਹੈ। ਉਹ 59 ਸ਼ਬਦ ਨੇ। ਉਸ ਤੋਂ ਇਲਾਵਾ ਸ਼ਲੋਕ ਵਾਰਾਂ ਤੇ ਅਧੀਨ ਜਿਹੜੇ ਅੰਦਰ ਜਿਹੜੇ ਬਚਨ ਨੇ, ਜਿਸ ਨੂੰ ਅਸੀਂ ਭੋਗ ਦੇ ਸ਼ਲੋਕ ਕਹਿੰਦੇ ਆ, ਸਤਿਗੁਰਾਂ ਨੇ ਦੋਹਰਿਆਂ ਸਮੇਤ 57 ਅੰਮ੍ਰਿਤ ਬਚਨ ਉੱਥੇ ਉਚਾਰਨ ਕੀਤੇ ਨੇ। ਦੂਸਰੀ ਬੇਨਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼, ਪਹਿਲਾ ਪ੍ਰਕਾਸ਼ ਜੋ ਆਪ ਮਨਾਉਣ ਜਾ ਰਹੇ ਹੋ, ਸੰਨ 1604 ਨੂੰ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਅਸੀਨ ਸੰਨ 1664 ਨੂੰ ਹੁੰਦੇ ਨੇ। ਇਸ ਬੇਨਤੀ ਨੂੰ ਫਿਰ ਸੁਣਿਓ। ਮੈਂ ਉਸ ਦਿਨ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਦੋਂ ਆਗਮਨ ਹੋਇਆ, ਉਦੋਂ ਪੰਜਵੇਂ ਸਤਿਗੁਰਾਂ ਨੂੰ ਸ਼ਹੀਦ ਹੋਇਆ 15 ਸਾਲ ਹੋ ਚੁੱਕੇ ਨੇ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੋਇਆ 15 ਸਾਲ ਹੋ ਚੁੱਕੇ ਸਨ, 1606 ਤੇ 1621। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਦਿਨ ਗੁਰਤਾ ਗੱਦੀ ਤੇ ਅਸੀਨ ਹੁੰਦੇ ਨੇ 1664 ਨੂੰ, ਤੇ 1675 ਤੱਕ ਹਜ਼ੂਰ ਤਕਰੀਬਨ 11 ਸਾਲ ਗੁਰਤਾ ਗੱਦੀ ਤੇ ਅਸੀਨ ਰਹੇ ਨੇ। ਉਹਨਾਂ ਨੇ 11 ਸਾਲਾਂ ਦੇ ਵਿੱਚ ਜੋ ਅੰਮ੍ਰਿਤ ਬਚਨ ਉਚਾਰਨ ਕੀਤੇ, ਉਹ ਸਾਡੇ ਕੋਲ 59 ਸ਼ਬਦ ਔਰ ਸ਼ਲੋਕ 57 ਸ਼ਲੋਕਾਂ ਦੇ ਰੂਪ ਵਿੱਚ ਮੌਜੂਦ ਨੇ। ਮੈਂ ਆਪ ਨੂੰ ਇੱਕ ਹੋਰ ਬੇਨਤੀ ਕੀਤੀ ਸੀ। ਅੱਜ ਵੀ ਭਾਈ ਸਾਹਿਬ ਬੈਠੇ ਸਨ ਕਮਰੇ 'ਚ। ਦੇਖੋ, ਬੋਲੀ ਬਦਲਦੀ ਰਹਿੰਦੀ ਹੈ। ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਉਚਾਰਨ ਦਾ ਜਿਹੜਾ ਫਾਸਲਾ ਹੈ, ਤਕਰੀਬਨ 60 ਸਾਲ ਬਣ ਜਾਂਦਾ ਹੈ। ਤੁਸੀਂ ਪਰਿਵਾਰ ਵੀ ਝਾਤੀ ਮਾਰ ਕੇ ਦੇਖੋ, ਜੋ ਸਾਡੇ ਬਜ਼ੁਰਗ 60-70 ਸਾਲ ਪਹਿਲਾਂ ਬੋਲਦੇ ਸਨ, ਕਿ ਉਹ ਬੋਲੀ ਸਾਡੇ ਪਰਿਵਾਰ ਵਿੱਚ ਦੁਬਾਰਾ 60 ਸਾਲ ਬਾਅਦ ਰਹਿੰਦੀ ਹੈ? ਫਰਕ ਪੈ ਜਾਂਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਬੋਲੀ ਦੀ ਵਰਤੋਂ ਕੀਤੀ, ਮੈਂ ਆਪ ਨੂੰ ਬੇਨਤੀ ਕੀਤੀ ਸੀ, ਉਹ ਤਕਰੀਬਨ ਸਾਰੀ ਹੀ ਹਿੰਦੀ ਹੈ। ਫਿਰ ਅਰਜ਼ ਹੈ
ਲਿਪੀ ਗੁਰਮੁਖੀ ਹੈ ਜਿਸ ਵਿੱਚ ਬਚਨ ਲਿਖੇ ਗਏ ਆ, ਪਰ ਭਾਸ਼ਾ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤੀ ਉਹ ਪੰਜਾਬੀ ਨਹੀਂ ਵਰਤੀ, ਉਹਨਾਂ ਨੇ ਖਿੰਦੀ ਵਰਤੀ। ਔਰ ਖਿੰਦੀ ਦੀ ਵੀ ਇੱਕ ਉਪ ਭਾਸ਼ਾ ਹੈ ਜਿਸ ਨੂੰ ਆਪਾਂ ਬ੍ਰਜ ਭਾਸ਼ਾ ਕਹਿੰਦੇ ਆ, ਜਿਹੜੀ ਮਥੁਰਾ ਦੇ ਇਲਾਕੇ ਦੇ ਨੇੜੇ ਬੋਲੀ ਜਾਂਦੀ ਹੈ। ਸਤਿਗੁਰਾਂ ਨੇ ਤਕਰੀਬਨ ਜ਼ਿਆਦਾ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਉਹ ਬ੍ਰਜ ਭਾਸ਼ਾ ਦੀ ਕੀਤੀ ਹੈ। ਇਸ ਸੰਬੰਧੀ ਫਿਰ ਮੈਂ ਬੇਨਤੀ ਕਰਾਂ, ਆਪਾਂ ਕੋਈ ਭਾਸ਼ਾ ਤੇ ਤਕਰੀਰ ਨਹੀਂ ਕਰ ਰਹੇ, ਆਉਣਾ ਆਪਾਂ ਸ਼ਬਦ ਦੀ ਹੈ। ਜਿਵੇਂ ਸਾਡੀ ਪੰਜਾਬੀ ਦੀਆਂ ਉਪ ਭਾਸ਼ਾਵਾਂ, ਇਸ ਭਾਸ਼ਾ ਦੀਆਂ ਉਪ ਭਾਸ਼ਾਵਾਂ ਵੀ ਨੇ, ਜਿਵੇਂ ਅਸੀਂ ਮਾਝੀ ਮਾਝੇ ਵਾਲੇ ਬੋਲਦੇ ਆ, ਦੁਆਬੀ ਦੁਆਬੇ ਵਾਲੇ ਬੋਲਦੇ ਆ, ਮਲਵਈ ਮਾਲਵੇ ਵਾਲੇ ਬੋਲਦੇ ਆ। ਇਸੇ ਤਰ੍ਹਾਂ ਜਿਹੜਾ ਪਾਕਿਸਤਾਨ ਵਿੱਚ ਮੁਲਤਾਨ ਦਾ ਇਲਾਕਾ ਹੈ ਉੱਥੇ ਲਹਿੰਦੀ ਮੁਲਤਾਨੀ ਬੋਲੀ ਜਾਂਦੀ ਹੈ। ਅੰਬਾਲੇ ਰਾਜਪੁਰਾ ਸੰਗਰੂਰ ਦਾ ਕੁਝ ਹਿੱਸਾ ਇੱਥੇ ਪੁਆਧੀ ਬੋਲੀ ਜਾਂਦੀ ਹੈ। ਜਦੋਂ ਤੁਸੀਂ ਪਠਾਨਕੋਟ ਟੱਪ ਕੇ ਜੰਮੂ ਵੱਲ ਜਾਂਦੇ ਹੋ ਉੱਥੇ ਪੰਜਾਬੀ ਦੇ ਨਾਲ ਮਿਲਦੀ ਉਪਭਾਸ਼ੀ ਕਾਂਗਾ ਡੋਗਰੀ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਹਿੰਦੀ ਹੈ ਸਤਿਗੁਰਾਂ ਨੇ ਜਿਸ ਦੀ ਵਰਤੋਂ ਕੀਤੀ ਉਸ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬ੍ਰਜ ਭਾਸ਼ਾ ਔਰ ਹਿੰਦੀ ਦੀ ਜ਼ਿਆਦਾ ਵਰਤੋਂ ਕੀਤੀ ਹੈ। ਇੱਕ ਹੋਰ ਬੇਨਤੀ, ਇਹਨਾਂ ਚਾਰ ਸ਼ਬਦਾਂ ਨੂੰ ਜਦੋਂ ਆਪਾਂ ਹੁਣ ਕਥਾ ਕਰਾਂਗੇ ਆਪਾਂ ਯਤਨ ਕਰਨਾ ਹੈ ਬਚਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚੋਂ ਲਈਏ, ਸਾਰੇ ਯਤਨ ਕਰਾਂਗਾ ਤੇ ਤੁਸੀਂ ਦੇਖੋਗੇ ਕਿ ਇਹ ਚਾਰ ਸ਼ਬਦ ਜਿਹੜਾ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਚਾਰ ਹੀ ਪੜ੍ਹ ਲੈ ਜੈਜਾਵੰਤੀ ਵਿੱਚ, ਸੱਚੀ ਮੁੱਚੀ ਉਹਨੂੰ ਸਾਰੀ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਸਿਧਾਂਤ ਦੀ ਸਮਝ ਪੈ ਜਾਏਗੀ। ਜਿਹੜਾ ਇਹ ਚਾਰ ਸ਼ਬਦ ਹੀ ਸਤਿਗੁਰਾਂ ਦੇ ਧਿਆਨ ਨਾਲ ਪੜ੍ਹ ਲੈ, ਇਸ ਨੂੰ ਵਿਚਾਰ ਲੈ, ਉਹਨੂੰ ਸਮਝ ਪੈ ਜਾਏਗੀ। ਅੱਜ ਸ਼ੁਰੂਆਤ ਹੈ ਰਾਗ ਜੈਜਾਵੰਤੀ ਦੀ। ਆਪ ਬਾਣੀ ਸਮਝਣ ਵਾਲਿਆਂ ਨੂੰ ਪਤਾ ਹੈ ਕਿ ਇਹ ਰਾਗ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਉਂਝ ਇਸ ਰਾਗ ਨੂੰ ਗੁਰਬਾਣੀ ਵਿੱਚ ਅਸੀਂ ਜੈਜਾਵੰਤੀ ਪੜ੍ਹਨੇ ਆ। ਇਸ ਰਾਗ ਨੂੰ ਆਮ ਜਿਹੜੇ ਦੂਸਰੇ ਮਤਾਂ ਦੇ ਪੜ੍ਹਦੇ ਉਹ ਜੈ ਜੈਵੰਤੀ ਕਹਿੰਦੇ ਆ ਅਕਸਰ, ਪਰ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਰਾਗ ਜੈਜਾਵੰਤੀ। ਇਸ ਤੋਂ ਪਹਿਲਾਂ ਹਜ਼ੂਰ ਨੇ ਜਿਸ ਮੰਗਲ ਦੀ ਵਰਤੋਂ ਕੀਤੀ ਹੈ, ਭਾਵਾਂ ਇਹ ਮੰਗਲ ਮੈਂ ਬੇਨਤੀ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਫਿਰ ਅਰਜ਼ ਸੁਣਿਓ, ਮੈਂ ਗੁਰੂ ਅਰਜਨ ਦੇਵ ਦਾ ਜ਼ਿਕਰ ਨਹੀਂ ਕਰ ਰਿਹਾ, ਕਿਉਂਕਿ 9ਵੇਂ ਪਾਤਸ਼ਾਹ ਜੀ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੜਾਈ ਹੈ, ਉਹਨਾਂ ਅੰਕਿਤ ਕੀਤੀ ਹੈ। ਇਸ ਦਾ ਮਤਲਬ ਇਸ ਮੰਗਲ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਲਿਖਾਉਂਦਿਆਂ ਇਸ ਰਾਗ ਦੀ ਆਰੰਭਤਾ ਵਿੱਚ ਸਭ ਤੋਂ ਪਹਿਲਾਂ ਇਹ ਮੰਗਲ ਦਿੱਤਾ ਹੈ। ਫਿਰ ਬੇਨਤੀ ਕਿ ਮੰਗਲ ਦਾ ਲਫ਼ਜ਼ੀ ਅਰਥ ਵੈਸੇ ਖੁਸ਼ੀ ਹੁੰਦਾ ਹੈ। ਇੱਕ ਸ਼ਬਦ ਅਸੀਂ ਵਰਤਨੇ ਮੰਗਲਾਚਰਨ। ਆਪ ਜੀ ਦੇਖਿਓ, ਜਦੋਂ ਆਪ ਪਾਠ ਕਰਦੇ ਹੋ ਹੁਕਮਨਾਮਾ ਲੈਂਦੇ ਹੋ, ਮੰਗਲ ਇੱਕ ਤੁਕ ਦਾ ਵੀ ਹੋ ਸਕਦਾ ਹੈ, ਮੰਗਲ ਇੱਕ ਸ਼ਬਦ ਦਾ ਵੀ ਹੋ ਸਕਦਾ ਹੈ, ਮੰਗਲ ਦੋ ਤੁਕਾਂ ਦਾ ਵੀ ਹੋ ਸਕਦਾ ਹੈ। ਜਿਵੇਂ ਆਪਣੇ ਸੰਗਤ ਵਿੱਚ ਜਦੋਂ ਹੁਕਮਨਾਮਾ ਲੈਨੇ ਅਸੀਂ ਪੜ੍ਹਨੇ ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਉਹਦੀ ਚੋਣ ਅਸੀਂ ਆਪਣੀ ਮਰਜ਼ੀ ਨਾਲ ਕਰਨੇ। ਕਈ ਵਾਰੀ ਤੁਸੀਂ ਦੇਖੋਗੇ ਕਈ ਸੱਜਣ ਇਹੀ ਪਾਠ ਕਰਦੇ ਆ, ਦਰਸ਼ਨ ਪਿਆਸੀ ਦਿਨ ਰਾਤ ਚਿਤੋਂ ਅੰਧ ਨੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਇੱਥੇ ਸਤਿਗੁਰਾਂ ਨੇ ਵੈਸੇ ਮੰਗਲ ਹੁੰਦਾ ਤਿੰਨ ਤਰ੍ਹਾਂ ਦਾ। ਇੱਥੇ ਜਿਹੜਾ ਸਤਿਗੁਰਾਂ ਨੇ ਮੰਗਲ ਵਰਤਿਆ ਹੈ ਅਸਲ 'ਚ ਕੀ, ਜਦੋਂ ਕਵੀ ਕੋਈ ਕਵਿਤਾ ਲਿਖਦਾ ਪੂਰਬ ਵਿੱਚ ਉਹ ਸਭ ਤੋਂ ਪਹਿਲਾਂ ਆਪਣੇ ਇਸ਼ਟ ਦਾ ਮੰਗਲ ਕਰਦਾ ਹੈ। ਇਸ਼ਟ ਦੇ ਮੰਗਲ ਦਾ ਮਤਲਬ ਜਿਹਨੂੰ ਉਹ ਮੰਨ ਰਿਹਾ, ਜਿਹਦੇ ਤੇ ਭਰੋਸਾ ਹੈ। ਉਸ ਵਿੱਚ ਇੱਥੋਂ ਤੱਕ ਕਿ ਪੁਰਾਣੇ ਕਵੀ ਜਿਹੜੇ ਸਨ ਦੇਵੀ ਦੇਵਤਿਆਂ ਦੇ ਮੰਗਲ ਕਰਦੇ ਰਹੇ, ਆਪਣੇ ਜਿਹਦੇ ਤੋਂ ਵਿਦਿਆ ਸਿੱਖੀ ਵਿਦਿਆ ਗੁਰੂ ਦਾ ਮੰਗਲ ਕਰਦੇ ਰਹੇ। ਪਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਇਹ ਜਿਹੜਾ ਵਸਤੂ ਨਿਰਦੇਸ਼ ਮੰਗਲ ਆਪਾਂ ਇਹਨੂੰ ਕਹਾਂਗੇ। ਇਸ ਦਾ ਸਿੱਧਾ ਅਰਥ ਇਹ ਕਰਾਂਗੇ ਕਿ ਜਿਸ ਦੀ ਉਪਮਾ ਕੀਤੀ ਜਾਣੀ ਹੈ, ਜਿਸ ਬਾਰੇ ਗੱਲ ਕੀਤੀ ਜਾਣੀ ਹੈ, ਸਭ ਤੋਂ ਪਹਿਲਾਂ ਸਤਿਗੁਰੂ ਉਸ ਇਸ਼ਟ ਦਾ ਮੰਗਲ ਪੈ ਕਰ ਰਹੇ ਆ। ਫਿਰ ਬੇਨਤੀ ਧਿਆਨ ਨਾਲ ਸੁਣਿਓ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਜੋ ਮੰਗਲ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਰੱਖਿਆ, ਇਸ ਵਿੱਚ ਇਹ ਮੰਗਲ ਜਿਹੜਾ ਹੈ, ਜਿਹੜਾ ਅਸੀਂ ਹੁਣ ਅਰਥ ਕਰਾਂਗੇ
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਮੰਗਲ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਨੇ 33 ਵਾਰ ਇਸ ਮੰਗਲਾਚਰਨ ਨੂੰ ਵਰਤਿਆ ਹੈ, ਜਾਂ ਇਹ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਆਇਆ ਹੈ। ਥੋੜੀ ਜਿਹੀ ਫਿਰ ਬੇਨਤੀ, ਉਸ ਤੋਂ ਇਲਾਵਾ ਇਹ ਮੰਗਲ ਸੰਖੇਪ ਰੂਪ ਵਿੱਚ ਵੀ ਆਇਆ ਹੈ। ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਤਿਗੁਰਾਂ ਨੇ 524 ਵਾਰ ਵਰਤਿਆ ਹੈ, ਕਈ ਸੱਜਣ 523 ਵਾਰ ਵੀ ਕਹਿੰਦੇ ਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਸਤਿਗੁਰਾਂ ਨੇ 9 ਵਾਰੀ ਵਰਤਿਆ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਇਹਦੀ ਵੀ ਸਤਿਗੁਰਾਂ ਨੇ ਵਰਤੋਂ ਕੀਤੀ ਹੈ। ਮੈਂ ਸਿਰਫ ਬੇਨਤੀ ਕਰਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਰਚਨਾ ਨੂੰ, ਇਸ ਬਾਣੀ ਨੂੰ ਦਰਜ ਕਰ ਲੱਗਿਆਂ ਸਤਿਗੁਰਾਂ ਨੇ ਜੋ ਆਰੰਭ ਵਿੱਚ ਮੰਗਲ ਰੱਖਿਆ ਉਹ ਹੈ ਇੱਕ ਓੰਕਾਰ। ਅਰਥ ਅਸੀਂ ਵੈਸੇ ਦੇ ਬੜੀ ਵਾਰੀ ਕੀਤੇ ਆ, ਪਰ ਫਿਰ ਵੀ ਮੇਰੀ ਬੇਨਤੀ ਹੈ, ਲੜੀਵਾਰ ਵਿਚਾਰ ਚੱਲ ਰਹੀ ਹੈ, ਤੇ ਸਤਿਗੁਰਾਂ ਨੇ ਇੱਥੇ ਸਭ ਤੋਂ ਪਹਿਲਾਂ ਇੱਕ ਓੰਕਾਰ, ਇਸ ਨੂੰ ਪੁਰਾਣੇ ਗੁਰਮੁਖ ਬੀਜ ਮੰਤਰ ਵੀ ਕਹਿੰਦੇ ਹੁੰਦੇ ਸਨ। ਜੇ ਸੱਚ ਇਹ ਹੈ, ਇੱਕ ਮੈਂ ਪਿਛਲੇ ਦਿਨ ਵੀ ਕਿਹਾ, ਸਤਿਗੁਰਾਂ ਨੇ ਇੱਕ ਗਿਣਤੀ ਵਾਲਾ ਅੰਕ ਵਾਲਾ ਇੱਥੇ ਲਿਆ ਹੈ, ਅੱਖਰ ਨਹੀਂ ਸ਼ੁਰੂ ਕੀਤਾ। ਓੰਕਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਲਿਖਿਆ, ਤੇ ਇਸ ਬਾਰੇ ਵਿਦਵਾਨਾਂ ਨੇ ਬਹੁਤ ਅਰਥ ਕੀਤੇ। 26 ਅਰਥ ਮੈਂ ਇੱਕ ਸੱਜਣ ਦੇ ਪੜ੍ਹਿਆ, ਵੱਖ-ਵੱਖ ਵਿਦਵਾਨਾਂ ਦੇ ਵੀ ਇੱਕ ਓੰਕਾਰ ਦੇ ਅਰਥ ਕੀ ਨੇ। ਪਰ ਮੈਂ ਫਿਰ ਵੀ ਤੁਹਾਨੂੰ ਬੇਨਤੀ ਕਰਾਂ, ਬੋਧਕ ਤਲ ਤੇ ਜੋ ਮਰਜ਼ੀ ਕੋਈ ਅਰਥ ਕਰੀ ਜਾਏ, ਸੱਚ ਇਹ ਵੇ ਕਿ ਓੰਕਾਰ ਦਾ, ਇੱਕ ਓੰਕਾਰ ਦਾ ਮੁਕੰਮਲ ਅਰਥ ਕੋਈ ਵੀ ਨਹੀਂ ਕਰ ਸਕੇਗਾ। ਇਹ ਫਿਰ ਬੇਨਤੀ ਸੁਣਿਓ, ਉਸ ਨੂੰ ਮੁਕੰਮਲ ਕਿਨੇ ਬਿਆਨ ਕਰ ਦੇਣਾ ਹੈ। ਫਿਰ ਅਰਜ਼ ਹੈ ਇੱਕ ਓੰਕਾਰ। ਹਾਲਾਂਕਿ ਓੰਕਾਰ ਸ਼ਬਦ ਦੀ ਵਰਤੋਂ ਭਾਰਤ ਵਿੱਚ ਪਹਿਲਾਂ ਵੱਖ-ਵੱਖ ਧਰਮਾਂ ਵਿੱਚ ਵੀ ਹੁੰਦੀ, ਖਾਸ ਕਰਕੇ ਹਿੰਦੂ ਮਤ ਵਿੱਚ ਓਮ ਜਿਹੜਾ ਧੁਨੀ ਹੈ, ਓਮ ਸ਼ਬਦ ਦੀ ਵਰਤੋਂ ਹੁੰਦੀ ਹੈ। ਤੇ ਇਸ ਓਮ ਸ਼ਬਦ ਨੂੰ ਭਾਰਤ ਦੀ ਰੂਹਾਨੀਅਤ ਨੇ, ਪੂਰਬ ਦੀ ਰੂਹਾਨੀਅਤ ਨੇ, ਮੈਂ ਤਾਂ ਬੇਨਤੀ ਕਰਾਂਗਾ, ਜਿੰਨਾ ਮਰਜੀ ਖੱਬੇ ਸੱਜੇ ਨਿਕਲ ਜਾਓ, ਜਿੰਨੇ ਮਰਜੀ ਪਾਸੇ ਮਾਰ-ਮਾਰ ਕੇ ਅਰਥ ਬਦਲ ਜਾਈਏ, ਪਰ ਜਿੰਨੀ ਦੇਰ ਤੱਕ ਭਾਰਤ ਦੇ ਪਿਛੋਕੜ ਵਿੱਚ, ਜੜ ਵਿੱਚ ਪਏ ਹੋਏ ਰੂਹਾਨੀ ਗ੍ਰੰਥਾਂ ਦਾ ਉਹਦਾ ਆਸਰਾ ਨਹੀਂ ਲਏਗਾ, ਅਰਥ ਨਹੀਂ ਹੋ ਸਕਣੇ। ਇਹ ਗੱਲ ਬੜੀ ਕੌੜੀ ਜੀ ਲੱਗਣੀ ਹੈ। ਹੁਣ ਫਿਰ ਬੇਨਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੇ ਪ੍ਰਮਾਣ ਲਏ ਨੇ, ਜਿੰਨੀਆਂ ਉਦਾਹਰਨਾਂ ਲਈਆਂ, ਚਲੋ ਅਸੀਂ ਸ਼ਬਦ ਕਹਿ ਦਿੰਦੇ ਹਾਂ ਮਿਥਿਹਾਸਕ ਉਦਾਹਰਨਾਂ, ਪਰ ਮੈਂ ਕਈ ਵਾਰੀ ਸੋਚਣਾ ਸ਼ਬਦ ਵਰਤਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਜਿਹਨੂੰ ਗੁਰੂ ਨੇ ਨਾਮ ਦੀ ਪ੍ਰੇਰਨਾ ਵਾਸਤੇ ਅਸੀਂ ਮਿੱਥ ਮਤ ਕਹੀਏ। ਫਿਰ ਬੇਨਤੀ, ਜਿਵੇਂ ਧਰੂ ਜੀ, ਗਨਕਾ ਦਾ, ਅਜਾਮਲ ਦਾ, ਪੰਚਾਲੀ ਦਾ, ਦ੍ਰੋਪਦੀ ਦਾ, ਗੱਜ ਦਾ, ਇਹ ਸਾਰੀਆਂ ਉਦਾਹਰਨਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੀਆਂ ਕੋਟ ਕੀਤੀਆਂ, ਇਹ ਸਾਰੀਆਂ ਦੀਆਂ ਸਾਰੀਆਂ ਪੁਰਾਣਾਂ ਦੇ ਵਿੱਚੋਂ ਨੇ। ਪਰ ਜਦੋਂ ਕਥਾ ਕਰਾਂਗੇ ਸਾਨੂੰ ਇਹ ਚੀਜ਼ ਤਾਂ ਦੱਸਣੀ ਪਏਗੀ ਸੰਗਤ 'ਚ ਨਾ, ਵੀ ਜਿਹੜਾ ਮਹਾਰਾਜ ਨੇ ਇਹ ਲਫ਼ਜ਼ ਵਰਤਿਆ ਇਹਦਾ ਪਿਛੋਕੜ ਕੀ ਹੈ। ਕਿਉਂਕਿ ਸਾਡੇ ਉੱਤੇ ਸਮਾਂ ਇੰਨਾ ਕੁ ਪ੍ਰਭਾਵ ਪਾ ਚੁੱਕਾ ਹੈ ਕਿ ਜਦੋਂ ਤੁਸੀਂ ਨਿੱਠ ਕੇ ਖੁੱਲ੍ਹ ਕੇ ਵਿਆਖਿਆ ਕਰਦੇ ਹੋ, ਜਿਨ੍ਹਾਂ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਨਹੀਂ ਪੜ੍ਹਿਆ, ਨਹੀਂ ਭਾਵਨਾ ਨਾਲ ਦੇਖਿਆ, ਉਹ ਕਈ ਵਾਰੀ ਤੁਹਾਡੇ ਵਿਚਾਰ ਦੇ ਅਰਥ ਕੁਝ ਹੋਰ ਕੱਢਣ ਲੱਗ ਪੈਂਦੇ ਆ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਇੱਕ ਓੰਕਾਰ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਸ ਨਾਦ ਨੂੰ, ਇਸ ਧੁਨੀ ਨੂੰ, ਉਂਝ ਵੈਸੇ ਇਹਨੂੰ ਇਹ ਸ਼ਬਦ ਬ੍ਰਹਮ ਕਹਿੰਦੇ ਆ ਭਾਰਤ ਦੇ ਦਾਰਸ਼ਨਿਕ, ਕਿ ਇਹ ਸ਼ਬਦ ਬ੍ਰਹਮ ਹੈ। ਇਉਂ ਕਹਿ ਲਓ ਇਹ ਬ੍ਰਹਮ ਦਾ ਸ਼ਬਦ ਹੈ, ਬ੍ਰਹਮ ਦੀ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼ ਹੈ। ਸਤਿਗੁਰਾਂ ਨੇ ਕੀ ਕੀਤਾ ਜੀ, ਜਿਹੜਾ ਓੰਕਾਰ ਜਾਂ ਓਮ ਧੁਨੀ ਸੀ, ਇਹਦੇ ਅਰਥ ਬਹੁਤ ਕੀਤੇ ਗਏ। ਮੈਂ ਸਿਰਫ 2-3 ਬੇਨਤੀਆਂ ਕਰਾਂਗਾ। ਕਈਆਂ ਨੇ ਇਸ ਨਾਦ ਦੇ ਅਰਥ, ਇਸ ਧੁਨੀ ਨੂੰ 3 ਹਿੱਸਿਆਂ ਵਿੱਚ ਵੰਡ ਲਿਆ। ਜੇ ਗੁਰਮੁਖੀ 'ਚ ਲਿਖੋ, ਐੜਾ ਊੜਾ ਖੁੱਲਾ ਤੇ ਮੰਮਾ ਓਮ, ਤੇ ਨਾਲ ਕਹਿ ਦਿੱਤਾ ਇਹ 3 ਦੇਵਤਿਆਂ ਦੀ ਸਿਫਤ ਹੈ, ਬ੍ਰਹਮਾ, ਵਿਸ਼ਨ ਔਰ ਮਹੇਸ਼। ਬ੍ਰਹਮਾ ਜੀ ਨੇ ਉਤਪਤੀ ਕੀਤੀ, ਆਪ ਸਭ ਨੂੰ ਪਤਾ ਹੈ। ਵਿਸ਼ਨੂੰ ਜੀ ਰਿਜ਼ਕ ਦਿੰਦੇ ਆ, ਮਹੇਸ਼ ਦਾ ਅਰਥ ਕਿ ਸ਼ਿਵ ਜੀ ਸੰਘਾਰ ਕਰਦੇ ਆ।
ਕਈਆਂ ਨੇ ਅਰਥ ਕੀਤੇ ਜੇ ਓਮ ਸ਼ਬਦ ਦਾ ਜਿਹੜਾ ਨਾਦ ਹੈ ਇਹਦੇ ਤਿੰਨ ਅਰਥ ਕੀਤੇ ਜੇ ਮਾਇਆ ਦੇ ਤਿੰਨ ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ। ਕਿਸੇ ਨੇ ਅਰਥ ਕੀਤੇ ਤਿੰਨ ਲੋਕਾਂ ਦਾ ਜ਼ਿਕਰ ਹੈ, ਸੁਰਗ ਮੱਚ ਪਿਆਲੇ ਦਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਜੀ ਨੇ ਏਡੀ ਬਖਸ਼ਿਸ਼ ਕੀਤੀ, ਉਹਨਾਂ ਨੇ ਓੰਕਾਰ ਤੋਂ ਪਹਿਲਾਂ ਹਿੰਦਸੇ ਦਾ ਅੰਕ ਦਾ ਇੱਕ ਪਾ ਕੇ ਇਹ ਸਾਰੀ ਵਿਚਾਰ ਦੇ ਉੱਤੇ ਵਿਸ਼ਰਾਮ ਲਾ ਦਿੱਤਾ। ਭਾਈ ਉਹਦੇ 2 3 4 ਕਿਸੇ ਦੇਵਤੇ ਦੇ ਅਰਥ ਨਾ ਕਰੋ, ਉਹ ਸਿਰਫ ਇੱਕ ਹੈ ਤੇ ਉਹ ਇੱਕ ਜਿਸ ਇੱਕ ਵਰਗਾ ਹੋਰ ਦੂਜਾ ਇੱਕ ਕੋਈ ਨਹੀਂ। ਫਿਰ ਬੇਨਤੀ ਸੁਣਿਓ, ਮੈਂ ਇਹਨੂੰ ਭਾਈ ਵੀਰ ਸਿੰਘ ਇਹਨੂੰ ਸੰਖਿਆਵਾਚਕ ਨਹੀਂ ਮੰਨਦੇ। ਫਿਰ ਬੇਨਤੀ, ਜੇ ਸੰਖਿਆਵਾਚਕ ਮੰਨਾਂਗੇ 1 ਤੋਂ ਬਾਅਦ 2, 2 ਤੋਂ ਬਾਅਦ 3, ਉਹ ਕਹਿੰਦੇ ਨੇ ਇਹ ਸੰਗਿਆਵਾਚਕ ਹੈ। ਇੱਕ ਦਾ ਅਰਥ ਸਿਰਫ ਇੱਕ, ਜਿਸ ਇੱਕ ਵਰਗਾ ਹੋਰ ਇੱਕ ਕੋਈ ਹੈ ਹੀ ਨਹੀਂ। ਫਿਰ ਇਸ ਬੇਨਤੀ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਇਸੇ ਕਰਕੇ ਬਾਣੀ 'ਚ ਸਭ ਤੋਂ ਜ਼ਿਆਦਾ ਜ਼ੋਰ ਇੱਕ ਦੇ ਜਪ ਦਾ ਦਿੱਤਾ ਹੈ। ਆਪ ਜੀ ਜਪਜੀ ਸਾਹਿਬ 'ਚ ਇਹ ਗੱਲ ਓੰਕਾਰ ਦੀ, ਇੱਕ ਓੰਕਾਰ ਦੀ ਮਹਾਰਾਜ ਨੇ ਹੋਰ ਖੋਲ ਦਿੱਤੀ। ਜਿਹੜੀ ਪੌੜੀ ਪੜ੍ਹਨੇ ਆ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਬੜੀ ਵਾਰੀ ਬਚਨ ਪੜਿਆ। ਸੰਸਾਰੀ ਬ੍ਰਹਮਾ ਜੀ, ਭੰਡਾਰੀ ਵਿਸ਼ਨੂੰ ਜੀ, ਲਾਏ ਦੀਵਾਨ ਇਹ ਸ਼ਿਵ ਜੀ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਥੋਂ ਤੱਕ ਗੱਲ ਕਰਕੇ ਹੁਣ ਸਾਡੀ ਮੁਸ਼ਕਲ ਇਹ ਵੀ ਹੈ ਕਿ ਜਿਹੜੇ ਸੱਜਣ ਬਾਣੀ ਨਹੀਂ ਜਾਣਦੇ, ਮੈਂ ਹਰ ਵਾਰੀ ਆਪ ਜੀ ਨੂੰ ਦੁਹਾਈ ਦੇਣਾ, ਹਰ ਥਾਂ ਤੇ ਐਤਕੀ ਮੈਂ ਕਿਹਾ ਕਿ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਸਾਰੇ ਲਓ, ਸਾਰੇ ਪਾਠ ਸਿੱਖੋ। ਤੇ ਜਿਉਂ-ਜਿਉਂ ਆਪਾਂ ਪਾਠ ਕਰਾਂਗੇ, ਇਹ ਥੋੜਾ ਵੀ ਆਪਾਂ ਕਥਾਵਾਚਕ ਬਣਨਾ ਜਾਂ ਬੁਲਾਰੇ ਬਣਨਾ ਤਾਂ ਨਹੀਂ ਪਿਆਰਿਓ। ਇਹ ਕਥਾਵਾਚਕ ਜਾਂ ਬੁਲਾਰੇ ਵਾਸਤੇ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡੀ ਆਤਮਾ ਦੇ ਉਧਾਰ ਕਰਨ ਵਾਸਤੇ ਹੈ, ਸਾਡੇ ਭਲੇ ਵਾਸਤੇ ਹੈ। ਸੰਥਿਆ ਮੈਂ ਤਾਂ ਕਹਿਣਾ ਕਿਉਂਕਿ ਸੰਥਿਆ ਤੋਂ ਬਿਨਾਂ ਸ਼ੁੱਧ ਪਾਠ ਕਰਨਾ ਨਹੀਂ ਆ ਸਕਦਾ। ਪੰਜਾਬੀ ਦੇ ਗੁਰਮੁਖੀ ਦੇ ਅੱਖਰ ਸਾਡੀ ਸਹਾਇਤਾ ਕਰਨਗੇ, ਪਰ ਜ਼ਰੂਰੀ ਹੈ ਸੰਥਿਆ। ਹੁਣ ਇੱਥੋਂ ਤੱਕ ਜਿਹੜਾ ਪਾਠ ਕਰੇਗਾ, ਇੰਨੇ ਕੁ ਤੁਕਾਂ ਲੈ ਲੈ ਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਤੇ ਨਾਲ ਕਹਿ ਦੇ ਵੀ ਗੁਰੂ ਨਾਨਕ ਸਾਹਿਬ ਨੇ ਤੇ ਮੰਨਿਆ। ਇਹ ਤਿੰਨ ਹਨ। ਜਿਸ ਨੇ ਬਾਣੀ ਨਹੀਂ ਪੜ੍ਹੀ ਉਹ ਭਰੋਸਾ ਕਰ ਜਾਏਗਾ, ਜਿਹਨੇ ਬਾਣੀ ਪੜ੍ਹੀ ਉਹ ਕਹੇਗਾ ਇਸ ਤੋਂ ਅੱਗੇ ਚੱਲ। ਫਿਰ ਸੁਣੋ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਸ ਤੋਂ ਅੱਗੇ ਚੱਲੇਗਾ ਤੇ ਫਿਰ ਪਿਛਲੀ ਗੱਲ ਦੇ ਅਰਥ ਹੋਰ ਨਿਕਲਣਗੇ। ਜਿਵ ਤਿਸ ਭਾਵੈ ਤਿਸ ਏਕ ਓੰਕਾਰ। ਜਿਵੇਂ ਉਸ ਨੂੰ ਭਾਉਂਦਾ ਹੈ, ਤਿਸ ਨੂੰ ਭਾਉਂਦਾ ਹੈ। ਤਿਸ ਦਾ ਅਰਥ ਇੱਥੇ ਤਿੰਨ ਦੇਵਤੇ ਤਾਂ ਤਿੰਨ ਨੇ, ਤੇ ਸ਼ਬਦ ਹੈ ਤਿਸ, ਤਿਸ ਨੂੰ ਪਰਮਾਤਮਾ ਨੂੰ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਏਕ ਓੰਕਾਰ, ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ। ਤੇ ਗੁਰੂ ਸਾਹਿਬ ਅੱਗੇ ਹੋਰ ਗੱਲ ਕਲੀਅਰ ਕਰ ਗਏ, ਆਦੇਸ਼ ਤਿਸੈ, ਆਦੇਸ਼ ਨਮਸਕਾਰ ਉਸ ਨੂੰ, ਕਿਸ ਨੂੰ? ਆਦ, ਜਿਹੜਾ ਸਭ ਦਾ ਮੁੱਢ ਹੈ। ਫਿਰ ਬੇਨਤੀ, ਉਹਦਾ ਮੁੱਢ ਕੋਈ ਨਹੀਂ, ਉਹ ਸਭ ਦਾ ਮੁੱਢ ਹੈ। ਆਦ ਅਨੀਲ, ਜਿਹੜਾ ਅਤ ਦਾ ਪਵਿੱਤਰ ਹੈ, ਨਿਰਮਲ ਹੈ। ਆਦ ਅਨੀਲ ਅਨਾਦ ਅਨਾਹਤ, ਜਿਸ ਦਾ ਅੰਤ ਕੋਈ ਨਹੀਂ, ਜਿਸ ਨੂੰ ਖਤਿਆ ਨਹੀਂ ਜਾ ਸਕਦਾ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਬੜੀ ਗੱਲ ਸਪਸ਼ਟ ਹੋ ਗਈ ਏਕ ਓੰਕਾਰ ਦੀ। ਮੈਂ ਇਸ ਕਰਕੇ ਬੇਨਤੀ ਕਰਾਂਗਾ ਜੀ, ਵੇਖੋ ਇੱਕ ਓੰਕਾਰ, ਪਹਿਲੀ ਗੱਲ ਉਹ ਇੱਕ ਗੁਰਮਤ ਕਹਿੰਦੀ ਹੈ ਵੀ ਪਰਮਾਤਮਾ ਇੱਕ ਹੈ। ਪਰ ਇਸ ਨੂੰ ਥੋੜਾ ਜਿਹਾ ਹੋਰ ਸੁਣਿਓ। ਇੱਕ ਤਾਂ ਇਸਲਾਮ ਵੀ ਕਹਿੰਦਾ ਲਾ ਇਲਾ ਇल्लल्लाह, ਨਹੀਂ ਰੱਬ ਤੋਂ ਬਿਨਾ ਕੁਛ। ਮੈਂ ਕਿਸੇ ਦੀ ਫਿਲਾਸਫੀ ਤੇ ਟਰੱਕ ਨਹੀਂ ਕਰ ਰਿਹਾ, ਪਰ ਗੁਰਮਤ ਇਹ ਕਹਿੰਦੀ ਹੈ ਉਹ ਇੱਕ ਹੋ ਕੇ ਅਨੇਕਾਂ ਵਿੱਚ ਵਰਤਦਾ ਹੈ, ਅਨੇਕ ਹੋ ਕੇ ਫਿਰ ਇੱਕ ਦਾ ਇੱਕ ਹੈ। ਇਸ ਬੇਨਤੀ ਨੂੰ ਫਿਰ ਇੱਕ ਹੈ। ਆ ਜਿਹੜਾ ਇੱਕ ਓੰਕਾਰ, ਕਾਰ ਦਾ ਅਰਥ ਲਗਾਤਾਰਤਾ ਚਲਿਆ, ਇੱਕ ਰਸ ਲਿਆ। ਜੇ ਮੇਰੇ ਚ ਹੈ ਤੁਹਾਡੇ ਚ ਨਹੀਂ। ਸੱਚ ਇਹ ਵੇ ਕਿ ਬੰਦੇ ਨੇ ਮਿੱਥ ਲਿਆ ਵੀ ਮੇਰੇ ਚ ਰੱਬ ਹੈ, ਪਰ ਗੁਰਬਾਣੀ ਨੇ ਇਹ ਥੋੜਾ ਕਿਹਾ ਵੀ ਇਕੱਲਾ ਬੰਦੇ ਵਿੱਚ ਰੱਬ ਹੈ। ਗੁਰਬਾਣੀ ਤਾਂ ਕਹਿੰਦੀ ਕੋਈ ਚੀਜ਼ ਪਰਮਾਤਮਾ ਤੋਂ ਬਿਨਾਂ ਹੈ ਹੀ ਨਹੀਂ। ਫਿਰ ਬੇਨਤੀ ਆਪਾਂ ਕਹਿੰਦੇ ਨਾ ਬੰਦਿਆਂ ਚ ਰੱਬ, ਮਹਾਰਾਜ ਤਾਂ ਸ਼ਬਦ ਵਰਤੇ ਆ ਬਾਣੀ ਚ। ਮਹਾਰਾਜ ਵਣ ਤਿੰਨ ਪਰਬਤ ਪਾਰ ਬ੍ਰਹਮ, ਮਹਾਰਾਜ ਸ਼ਬਦ ਵਰਤੇ ਆ ਜੰਗਲ ਦੇ ਤਿਣਕਿਆਂ ਵਿੱਚ ਹੈ। ਮਹਾਰਾਜ ਸ਼ਬਦ ਵਰਤੇ ਜਿਵੇਂ ਪਾਠ ਕਰਨੇ ਆ ਕਿ ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੂਧ ਮੈਂ ਕੀਆ ਊਚ ਨੀਚ ਮੈਂ।
उत्तम जातियां नीवियां जूना सारियां विच ऊच नीच मैं जोत समानी घट घट माधो जिया। हुण एक रस सब विच है। फिर बेनती ध्यान नाल सुनियो गुरमुखो, थोड़ा जिहा मैं टाइम इहदे ते लाना है कि एक ओंकार नूं लैके गुर प्रसाद तक नाल नाल चलांगे तां अर्थ होने। हजूर सच्चे पातशाह कहंदे ने एक, सिर्फ एक इसे करके बाणी च कहा साहिब मेरा एको है भाई एको है। सतगुरां ने बाणी च कहा एको जप एको सालाहे एक सिमर एको मन आहे। सिर्फ एक दी सलाहता कर। पर मैं फिर बेनती करा, गुरमत कह रही है एक हो के अनेक है, अनेक हो के फिर एक है। जिहड़ा जाप साहिब जैसी पढ़ने अमान है, निदान है, अनेक हैं, फिर एक है। फिर एक किस तरह जी? एक हो के अनेका। गुरु साहब ने इशारे दिते सानू बाणी च समझण लई। जिवें एक पाठ है महाराज जी का, गुरु अर्जुन साहब जी का सूही राग च, बाजीगर जैसे बाजी पाई। बाजीगर एक हो गया ना, एक हो गया। बाजीगर जैसे बाजी पाई नाना रूप भेख दिखलाई, नाना रूप अनेक हो गया। बाजीगर एक है, जदों बाजी पा रहा, खेड कर रहा, कई तरह की खेड कर रहा। ਜਾਂ ਅੱਜ ਦੇ ਸਮੇਂ देखो, एक एक्टर वैगुरू में शब्द अर्थ कर ली लै, एक कलाकार एक बंदा है। किसी थां ते डाकू है, किसी थां ते धर्मात्मा है, किसी थां ते चोर है, किसी थां कुछ एक्टिंग कर रहा है ਜਾਂ रोल अदा कर रहा है। पर याद रखियो सब कुछ करके है वो ही जिहड़ा खेड वरता रहा है तो एक ना। इत्थे सतगुरां ने शब्द वरत्या बाजीगर जैसे बाजी पाई नाना रूप भेख दिखलाई, सांग उतार थम्यो पसारा तब एको एक अंकारा। पसारा अनेकता है, एको अंकारा जिहड़ा फिर एक दा एक है। इनू थोड़ा जिहा समझण लई एक सिर्फ उदाहरण होर देंगा क्योंकि ये बहुत जरूरी है। एक ओंकार एक किसे धर्म को नहीं, वाहिगुरू जी इस सतगुरु गुरु नानक साहब ने मेहर की साडे ते, बड़ी बख्शिश की। हालांकि कबीर साहब ने ओंकार शब्द वरत्या जदों असीं उन्हां दा पाठ करने, ओंकार आद मैं जाना लख अर मेटे ताहे ना माना। गुरु साहब ने इत्थों तक मैं आप जी नूं कहा सी ओंकारेश्वर मंदिर है दक्षिण विच, मध्य प्रदेश विच इंदौर तो अगे है, नर्मदा नदी दे बिल्कुल कंढे ते है। तो जिहड़े 12 शिवलिंगम ने भारत विच उन्हां विच एक है ओंकारेश्वर दा मंदिर है, पर अंदर शिवलिंग है। उत्थे सतगुरां ने जिहड़ा उपदेश दिता उसी महाराज ने कहा ओंकार ब्रह्मा उत्पत, ओंकार किए जिन चित, ओंकार सहज जुग भय, ओंकार वेद निर्मय। इसलिए जी थोड़ी जी विचार पिछली बारी करके मैं गया। ओंकार ब्रह्मा उत्पत, वेखो किड्डी वड्डी बात। वो फिलोसफी कह रही है ब्रह्मा ने उत्पत्ति की, तो मेरा गुरु नानक साहब कहता ओंकार नूं मन जिन्हें ब्रह्मा नूं पैदा किया है। ओंकार ब्रह्मा उत्पत, ओंकार किए जिन चित। हुण कई सज्जने दे अर्थ करदे आ भी ओंकार नूं ब्रह्मा, जिस ब्रह्मा ने अपने चित्त च वसाया, पर एक गुरमुख अर्थ करदे आ ओंकार किए जिन चित। चित दा अर्थ है चेतना। उस परमात्मा ने जो कोई सिरजिया उन्हें नाल चेतना दिती है। ओंकार सैल जुग भय, आ पहाड़ आ समा। फिर बेनती है सैल ते जुग दो शब्द ने। उंज अखरी अर्थ सैल दे अर्थ करांगे पत्थर, सैल पत्थर में जंतु पाया ना, ते जुग दा अर्थ टाइम। मैं अज दे अर्थ करांगा टाइम एंड स्पेस, समय और स्थान नूं पैदा करन वाला भी एक ओंकार है। महाराज कहते ओंकार सैल जुग भय, ओंकार वेद निर्मय। आ धर्म ग्रंथ भी ओंकार ने पैदा किए। फिर बेनती इत्थे भाई एक है, उस वर्गा होर कोई नहीं। ओंकार ब्रह्मवाचक है, एक रसक है, अद्वितीय है, परमात्मा है। अगे सतगुरु कह रहे हैं सत नाम। कई सज्जन गुरमुख प्यारे पुरातन विद्वान नाम नूं वख रख के अर्थ करते सन। एक ओंकार सत नाम, गुरबाणी विच इकट्ठा शब्द भी आउंदा है। हुण जदों आपां अगे अर्थ करांगे, हर शब्द नाल जिहड़ा विच इस मंगलाचरण दे जिन्ने शब्द आए ने गुरमुखो, हर शब्द नाल एक ओंकार ला के अर्थ होणगे, इकल्ले दे अर्थ नहीं होणगे। फिर बेनती सुनो, हुण शब्द है सतनाम। सत दर ते सदैव रहण वाला, जिन्हें सदा रहना है। फिर एक होर बेनती,
ਜਦੋਂ ਦੁਨਿਆਵੀ ਤੌਰ ਤੇ ਥੋੜੀ ਜਿਹੀ ਬੇਨਤੀ ਧਿਆਨ ਨਾਲ ਮੇਰੀ ਸੁਣਿਓ ਕਿ ਇਹ ਨਹੀਂ ਕਿ ਮੈਂ ਵਿਦਵਤਾ ਕੋਈ ਝਾੜ ਰਿਹਾ। ਉਂਝ ਬਾਹਰਮੁਖੀ ਸੱਚ ਸ਼ਬਦ ਦਾ ਦਵੰਦ ਹੈ। ਦਵੰਦ ਅਰਥ ਹੈ ਵਿਰੋਧੀ, ਵਿਪਰੀਤ। ਸੱਤ ਦਾ ਵਿਪਰੀਤ ਝੂਠ ਹੈ ਨਾ, ਹਰਖ ਦਾ ਵਿਪਰੀਤ ਸੋਗ ਹੈ ਨਾ, ਸੁਖ ਦਾ ਵਿਪਰੀਤ ਜਿਹੜਾ ਹੈ ਉਹ ਦੁੱਖ ਹੈ, ਮਾਨ ਦਾ ਵਿਪਰੀਤ ਅਪਮਾਨ ਹੈ, ਉਸਤਤ ਦਾ ਜਿਹੜਾ ਵਿਰੋਧੀ ਹੈ ਉਹ ਨਿੰਦਿਆ ਹੈ, ਜਨਮ ਦਾ ਵਿਰੋਧੀ ਮੌਤ ਹੈ, ਮਿੱਤਰ ਦਾ ਵਿਰੋਧੀ ਦੁਸ਼ਮਣ ਹੈ। ਇਹ ਸਾਰੇ ਦਵੰਦ ਨੇ ਨਾ ਜਿਨ੍ਹਾਂ ਵਿੱਚ ਦੂਜਾ ਨਾਲ ਖਲੋਤਾ ਹੋਇਆ। ਪਰ ਜਦੋਂ ਮੈਂ ਪਾਠ ਕਰ ਰਿਹਾ ਸਾਂ, ਮੈਂ ਸ਼ਾਇਦ ਆਪ ਨੂੰ ਅਰਜ਼ ਕੀਤੀ, ਅੱਜ ਜਿਵੇਂ ਭਾਈ ਸਾਹਿਬ ਨੂੰ ਕਿਹਾ, ਜਗਬੀਰ ਸਿੰਘ ਬੈਠਿਆ, ਮੈਂ ਕਿਹਾ ਟੀਮ ਚਾਹੀਦੀ ਏ ਤੇ ਨਿੱਠ ਕੇ ਬਹਿਣ ਵਾਲਿਆਂ ਦੀ। ਜਿੰਨੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਸ਼ਨੋਤਰੀ ਹੈ ਨਾ, ਕਮਾਲ ਦੀ ਗੱਲ, ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਪ੍ਰਸ਼ਨ ਤੇ ਉੱਤਰ ਲਿਖੇ ਜਾਣ, ਜਿਹੜਾ ਸੱਜਣ ਉਹਨਾਂ ਦਾ ਪਾਠ ਕਰੇ ਉਹਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਪੈ ਜਾਏਗੀ। ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਬੜੇ ਪ੍ਰਸ਼ਨੋਤਰੀ ਪਹਿਲੇ ਹੀ ਪ੍ਰਸ਼ਨ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ, ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਕਵਨ ਕਵਨ ਬਿਦ ਜਗ ਉਪਜੈ ਪੁਰਖਾ। ਸਵਾਲ ਹੈ ਨਾ, ਕਵਨ ਦੁੱਖ, ਕਵਨ ਕਿਸ ਤਰੀਕੇ ਨਾਲ ਪੈਦਾ ਹੁੰਦਾ ਹੈ? ਤੇ ਗੁਰੂ ਜੀ ਕਹਿੰਦੇ ਖੌਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਬੜੇ ਬੜੇ ਪ੍ਰਸ਼ਨ ਨੇ, ਹਜ਼ਾਰਾਂ ਮੈਂ ਸ਼ਬਦ ਵਰਤ ਰਿਹਾ, ਪਰ ਇਹ ਇਸ ਪਾਸੇ ਕੋਈ ਧਿਆਨ ਦੇ, ਤਵੱਜੋ ਦੇ, ਭਾਵਨਾ ਰੱਖੇ। ਹਜ਼ੂਰ ਸੱਚੇ ਪਾਤਸ਼ਾਹ ਦੇਖੋ ਹਰ ਸ਼ਬਦ ਦਾ ਦਵੰਦ ਹੈ। ਸੁੱਖ ਦਾ ਮੈਂ ਕਿਹਾ ਦੁੱਖ, ਹਰਖ ਦਾ ਸੋਗ, ਜਨਮ ਦਾ ਮੌਤ, ਉਸਤਤ ਦਾ ਨਿੰਦਿਆ, ਮਾਨ ਦਾ ਅਪਮਾਨ, ਜਨਮ ਦਾ ਮੌਤ। ਮੈਨੂੰ ਦੱਸਿਓ ਜ਼ਰੂਰ, ਤੁਸੀਂ ਵਿਚਾਰ ਕਰ ਦਿਓ। ਆਨੰਦ ਦਾ ਦਵੰਦ ਨਹੀਂ ਮੈਂ ਦੇਖਿਆ, ਆਨੰਦ ਦਾ ਵਿਰੋਧੀ ਸ਼ਬਦ ਨਹੀਂ ਕੋਈ ਲੱਭਿਆ। ਫਿਰ ਵੀ ਬੇਨਤੀ ਹੈ, ਕੋਈ ਇਹ ਆਖਰੀ ਸੱਚ ਨਹੀਂ। ਆਨੰਦ ਉਹ ਸ਼ਬਦ ਹੈ ਜਿਹਦਾ ਵਿਪਰੀਤ ਨਹੀਂ। ਸੁੱਖ ਦਾ ਵਿਪਰੀਤ ਦੁੱਖ ਹੈ। ਸੁੱਖ ਥੋੜ੍ਹੇ ਚਿਰਾਂ ਹੈ, ਸਾਡਾ ਸੁੱਖ ਰੋਜ਼ ਨਵਾਂ ਬਦਲਦਾ ਜੀ। ਕੋਈ ਥੋੜੀ ਜੀ ਖੁਸ਼ੀ ਮਿਲਦੀ ਹੈ, ਆ ਸੁੱਖ ਮਹਿਸੂਸ ਹੁੰਦਾ ਹੈ, ਪਰ ਯਾਦ ਰੱਖਿਓ ਉਹ ਸੁੱਖ ਸ਼ਾਮ ਤੱਕ ਦੂਜੀ ਖਬਰ ਮਿਲਦਿਆਂ ਸਾਰ ਦੁੱਖ ਦਾ ਰੂਪ ਧਾਰਨ ਕਰ ਜਾਂਦਾ ਹੈ। ਪਰ ਜਿਹੜਾ ਆਨੰਦ ਹੈ, ਇਸੇ ਕਰਕੇ ਸਤਿਗੁਰੂ ਨੇ ਸੂਖ ਸ਼ਬਦ ਵਰਤਿਆ। ਗੁਰਮੁਖੋ ਆਨੰਦ ਉਹ ਸਿਖਰ ਹੈ। ਇੱਥੇ ਮੈਂ ਇਹ ਬੇਨਤੀ ਕਰਾਂ, ਜੇ ਬਾਹਰਮੁਖੀ ਸੱਤ ਹੈ ਉਹਦਾ ਵਿਪਰੀਤ ਝੂਠ ਹੈ। ਫਿਰ ਅਰਜ਼ ਧਿਆਨ ਨਾਲ ਸੁਣਿਓ, ਸੱਚ ਹੈ। ਅੱਜ ਮੰਨ ਲਓ ਮੇਰਾ ਤੁਹਾਡਾ, ਜਿੰਨੇ ਅਸੀਂ ਬੈਠੇ ਹਾਂ ਇਸ ਥਾਂ ਤੇ, ਰਿਕਾਰਡਿੰਗ ਚਲਾਉਣੀ ਹੈ, ਸਦੀਆਂ ਤੱਕ ਰਹੇਗੀ ਜੇ ਕੋਈ ਸਾਂਭੇਗਾ ਤਾਂ। ਅੱਜ ਆ ਸਰੀਰ ਸੱਚ ਨੇ, ਪਰ ਇਸ ਸੱਚ ਦਾ ਵਿਪਰੀਤ ਝੂਠ ਖਲੋਤਾ ਹੈ। ਕਿਉਂਕਿ ਜਿਹੜਾ ਵਜੂਦ ਅੱਜ ਸੱਤ ਹੈ, ਕੱਲ ਨੂੰ ਇਹਨੇ ਝੂਠ ਹੋ ਜਾਣਾ ਹੈ। ਮੇਰੀ ਬੇਨਤੀ ਸਮਝ ਗਿਆ ਨਾ, ਇਹ ਝੂਠ ਹੈ। ਜਿਹੜਾ ਅੱਜ ਆ ਪ੍ਰਿਥਵੀ ਦਿਸਦੀ ਪਈ ਹੈ ਸੱਤ ਹੈ, ਪਰ ਗੁਰਮੁਖੋ ਇੱਕ ਦਿਨ ਇਸ ਸੱਤ ਨੇ ਝੂਠ ਹੋਣਾ ਹੈ। ਪਰ ਜਿਹੜਾ ਇੱਕ ਓੰਕਾਰ ਸੱਤ ਹੈ, ਇਹਦਾ ਦਵੰਦ ਹੈ ਹੀ ਨਹੀਂ, ਕਿਉਂਕਿ ਸੱਤ ਇਹਨੇ ਕਦੀ ਝੂਠ ਹੋਣਾ ਹੀ ਨਹੀਂ। ਇਹ ਸੱਤ ਹੀ ਹੈ। ਫਿਰ ਬੇਨਤੀ, ਇਹਨੇ ਕਦੀ ਝੂਠ ਨਹੀਂ ਹੋਣਾ। ਇਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਦ੍ਰਿਸ਼ ਸੰਸਾਰ ਸੱਚ ਨਹੀਂ, ਇਹ ਮਿਥਿਆ ਹੈ, ਇਹ ਝੂਠ ਹੈ। ਅੱਜ ਗੁਰੂ ਸਾਹਿਬ ਕਹਿ ਰਹੇ ਆ, ਪਰ ਆ ਜਿਹੜਾ ਸੱਤ ਹੈ, ਇਹ ਉਹ ਸੱਤ ਹੈ ਜਿਸ ਸੱਤ ਦੀ ਨਾਸ਼ਵਾਨਤਾ ਕਦੀ ਹੈ ਹੀ ਨਹੀਂ। ਮਹਾਰਾਜ ਨੇ ਕਿਹਾ ਵੀ ਉਹ ਸੱਤ, ਉਹ ਇੱਕ ਓੰਕਾਰ ਸੱਤ ਹੈ, ਉਹ ਸਦੀਵ ਰਹਿਣ ਵਾਲਾ, ਪਹਿਲਾਂ ਵੀ ਸੀ, ਅੱਜ ਵੀ ਹੈ, ਅਗਾਂ ਵੀ ਹੈ। ਸ਼ਬਦ ਦੇ ਅੱਗੇ ਜੀ ਨਾਮ। ਮੈਂ ਆਪ ਨੂੰ ਬੇਨਤੀ ਕਰਾਂਗਾ, ਨਾਮ ਦੀ ਚਰਚਾ ਸਾਰੀ ਬਾਣੀ ਨੇ ਕੀਤੀ ਹੈ। ਗੁਰਮੁਖੋ ਨਾਮ ਸ਼ਬਦ ਇੰਨਾ ਗਹਿਰਾ ਹੈ। ਸਾਡੇ ਗੁਰਮੁਖ ਕਹਿੰਦੇ ਸਨ, ਨਾਮ ਉਹ ਪੁੱਲ ਹੈ ਰੱਬ ਨੇ, ਗੁਰੂ ਨੇ ਬਣਾਇਆ, ਪਰਮੇਸ਼ਵਰ ਨੇ, ਜਿਹੜਾ ਸੰਸਾਰ ਨੂੰ ਕਰਤਾਰ ਦੇ ਨਾਲ ਜੋੜਦਾ ਹੈ। ਨਾਮ ਉਹ ਤਾਰ ਹੈ ਜਿਹੜੀ ਸੱਚੀ ਮੁੱਚੀ ਇੱਥੇ ਬੈਠੇ ਨੂੰ ਉਸ ਨਾਲ ਜੋੜਦੀ ਹੈ। ਕਈ ਵਾਰੀ ਮਨ 'ਚ ਆ ਜਾਂਦਾ ਹੈ, ਪਿਛਲੇ ਦਿਨੀ ਜਦੋਂ ਕਥਾ ਕਰ ਰਹੇ ਸਾਂ ਵੀ ਅਸੀਂ ਨਾਮ ਜਪਣੇ ਆ, ਅੱਗੋਂ ਉਹ ਵੀ ਜਵਾਬ ਦਿੰਦਾ, ਕੋਈ ਉਹਦਾ ਵੀ ਸਿਗਨਲ ਹੈ। ਆਪਾਂ ਮੈਸੇਜ ਭੇਜ ਰਹੇ ਹਾਂ, ਵਾਰ-ਵਾਰ ਕਹਿ ਰਹੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੱਗੋਂ ਉਹਦਾ ਕਦੀ ਸੰਦੇਸ਼ ਆਉਂਦਾ ਹੈ? ਹਾਂ, ਮਹਾਰਾਜ ਕਹਿੰਦੇ ਨੇ ਆਉਂਦਾ ਹੈ। ਉਹਦਾ ਸੰਦੇਸ਼ ਕੀ ਹੈ? ਜਦੋਂ ਨਾਮ ਜਪਦਿਆਂ ਜਪਦਿਆਂ ਨਾਮ ਚੰਗਾ ਲੱਗੇ, ਨਾਮ ਜਪਣ ਨੂੰ ਹੋਰ ਚਿੱਤ ਕਰੇ, ਸੰਸਾਰ ਦੀ ਵਾਸ਼ਨਾ ਦੇ ਫੁਰਨੇ ਮਰਨ ਲੱਗ ਪੈਣ, ਨਾਮ ਜਪਣ ਦਾ ਚਾਅ ਬਣ ਜਾਏ, ਬਸ ਚੇਤੇ ਰੱਖਿਓ ਉਦੋਂ ਰੱਬ ਦਾ ਸਿਗਨਲ ਆਉਣ ਲੱਗ ਪਿਆ, ਤੇਰੀ ਸੁਣੀ ਗਈ ਹੈ। ਇੱਕ ਪਾਸਰ ਥੋੜਾ ਨਾਮ। ਫਿਰ ਬੇਨਤੀ ਕਰ, ਨਾਮ
ਉਹ ਸ਼ਕਤੀ ਹੈ। ਵਾਹਿਗੁਰੂ ਸ਼ਬਦ ਅਸੀਂ ਵਰਤਨੇ ਆ ਗੁਰਮੁਖੋ, ਰਾਮ ਸ਼ਬਦ ਹੈ, ਗੋਬਿੰਦ ਸ਼ਬਦ ਹੈ, ਗੋਪਾਲ ਸ਼ਬਦ ਹੈ, ਗੌੜ ਸ਼ਬਦ ਹੈ। ਨਾਮ ਉਹ ਸ਼ਕਤੀ ਹੈ, ਉਹ ਪਰਮਾਤਮਾ ਦੀ ਤਾਕਤ ਹੈ ਜਿਹੜੀ ਨਾਮੀ ਤੋਂ ਵੱਖ ਨਹੀਂ। ਜਦੋਂ ਨਾਮ ਨਾਲ ਕੋਈ ਜੁੜਦਾ ਹੈ ਤੇ ਨਾਮ ਦਾ ਸੁਭਾਅ ਹੈ ਨਾਮੀ ਨਾਲ ਜੋੜਨਾ, ਨਾਮੀ ਨਾਲ ਜੋੜਦਾ ਨਾਮ। ਫਿਰ ਬੇਨਤੀ ਹੈ, ਉਸ ਦਾ ਨਾਮ ਸਤ ਹੈ, ਉਸ ਦਾ ਨਾਮ ਝੂਠ ਨਹੀਂ। ਉਂਝ ਗੁਰਬਾਣੀ ਵਿੱਚ ਸਤਨਾਮ ਇਕੱਠਾ ਵੀ ਆਇਆ, ਜਪ ਮਨ ਸਤਨਾਮ ਸਦਾ ਸਤਨਾਮ। ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਵਰਤਿਆ, ਸਤ ਰੂਪ ਸਤਨਾਮ ਕਰ ਸਤਿਗੁਰੂ ਨਾਨਕ ਦਿਓ ਜਪਾਇਆ। ਉਹਨਾਂ ਦੀ ਵਾਰ ਸ਼ੁਰੂ ਇੱਥੋਂ ਹੁੰਦੀ ਹੈ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਸਤਨਾਮ, ਉਹਦਾ ਨਾਮ ਸਤ ਹੈ। ਫਿਰ ਮੇਰੀ ਅਰਜ਼ ਹੈ, ਇਹ ਗੁਰਮੁਖੀ ਚ ਹੈ, ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾ ਤੇ ਮੰਮਾ ਔਂਕੜ ਸਤਨਾਮ। ਪਰ ਜਦੋਂ ਇਹ ਅੱਖਰ ਵੀ ਨਹੀਂ ਸਨ ਪੈਦਾ ਹੋਏ, ਸਤਨਾਮ ਉਦੋਂ ਵੀ ਸੀ। ਜਦੋਂ ਸਤਨਾਮ, ਫਿਰ ਮੈਂ ਇਹ ਸਾਡੇ ਸ਼ਬਦ ਨੇ, ਅਸੀਂ ਸੱਸੇ ਦੀ ਅੱਖਰ ਚਿੰਨ ਦਿੱਤਾ ਨਾਦ ਨੂੰ, ਪਰ ਸਤਨਾਮ ਤਾਂ ਉਹ ਹੈ ਜਦੋਂ ਕੁਛ ਵੀ ਨਹੀਂ, ਉਦੋਂ ਵੀ ਆਦ ਸੱਚੇ ਜੁਗਾਦ ਸੱਚੇ। ਹਮਾਰਾ ਨੇ ਵੀ ਸ਼ਬਦ ਵਰਤੇ ਹੈ, ਇੱਕ ਓੰਕਾਰ ਸਤਨਾਮ, ਉਸ ਦੀਵ ਰਹਿਣ ਵਾਲਾ। ਅੱਗੇ ਹੈ ਜੀ ਕਰਤਾ। ਕਰਤਾ ਦਾ ਅਰਥ ਹੈ ਕ੍ਰੀਏਟਰ, ਬਣਾਉਣ ਵਾਲਾ, ਸਭ ਕੁਝ ਕਰਨ ਵਾਲਾ। ਫਿਰ ਮੈਂ ਬੇਨਤੀ ਕਰਾਂ, ਏਕ ਓੰਕਾਰ ਸਤਨਾਮ, ਏਕ ਓੰਕਾਰ ਕਰਤਾ ਪੁਰਖ। ਪਰ ਇਹ ਨਹੀਂ ਕਿ ਮੈਂ ਬਾਣੀ ਬਦਲ ਰਿਹਾ, ਕਿਉਂ ਅਰਥ ਕਰਨ ਲੱਗਿਆ ਸਾਨੂੰ ਨਾਲ ਜੋੜਨਾ ਪਏਗਾ। ਏਕ ਓੰਕਾਰ ਕਰਤਾ ਪੁਰਖ, ਕਰਤਾ ਦਾ ਅਰਥ ਹੈ ਸਭ ਕੁਝ ਬਣਾਉਣ ਵਾਲਾ। ਕਰਤੇ ਤਾਂ ਬੜੇ ਨੇ ਜੀ, ਇੱਥੇ ਮੇਰਾ ਖਿਆਲ ਹੈ ਕਿੰਨੇ ਅਮਰੀਕਾ 'ਚ ਕਰਤੇ ਨੇ, ਕਿੰਨੇ ਭਾਰਤ 'ਚ ਕਰਤੇ ਨੇ, ਪਰ ਕਰਤੇ ਦਾ ਅਰਥ ਹੈ ਕਿਰਤ ਕਰਨ ਵਾਲਾ। ਪਰ ਉਹ ਕਰਤੇ ਐਸੇ ਨਹੀਂ ਜਿਹੋ ਜਿਹਾ ਏਕ ਓੰਕਾਰ ਹੈ। ਫਿਰ ਅਰਜ਼, ਮੰਨ ਲਓ ਕੋਈ ਚੀਜ਼ ਬੰਦਾ ਬਣਾਉਂਦਾ ਹੈ, ਅਸੀਂ ਉਦਾਹਰਨ ਲਾਂਗੇ ਆਪਣੀ ਉੱਥੋਂ ਦੀ। ਇੱਕ ਸੁਨਾਰ ਵੀਰ ਸੋਨੇ ਦਾ ਗਹਿਣੇ ਦਾ ਕਰਤਾ ਹੈ। ਸੁਨਾਰ ਨੇ ਸੋਨਾ ਦੇ ਗਹਿਣੇ ਬਣਾਏ, ਜੋ ਵੀ ਗਹਿਣਾ ਬਣਾਇਆ ਉਹਦਾ ਕਰਤਾ ਸੁਨਾਰ ਹੈ। ਕਰਤਾ ਜ਼ਰੂਰ ਹੈ, ਪਰ ਮਟੀਰੀਅਲ ਤੋਂ ਬਿਨਾਂ ਕਾਹਦਾ ਕਰਤਾ ਜੀ। ਮੰਨ ਲਓ ਇੱਕ ਸੁਨਾਰ ਵੀਰ ਨੂੰ ਤੁਸੀਂ ਲੈ ਆਓ, ਉਹ ਕਹੇਗਾ ਮੈਨੂੰ ਸਭ ਕੁਝ ਆਉਂਦਾ ਬਣਾਉਣਾ, ਮੈਂ ਚੂੜੀਆਂ, ਮੈਂ ਗਹਿਣਾ, ਮੈਂ ਸਭ ਕੁਝ ਬਣਾ ਸਕਣਾ, ਪਰ ਮੇਰੇ ਕੋਲ ਸਮਾਨ ਹੋਵੇਗਾ ਬਣਾਉਣ ਦਾ ਤੇ ਸੋਨੇ ਦੀ ਡਲੀ ਹੋਵੇਗੀ ਤੇ ਬਣਾਗਾ ਨਾ। ਕਰਤਾ ਹੈ ਪਰ ਮਟੀਰੀਅਲ ਦਾ, ਪਦਾਰਥ ਦਾ ਮੁਤਾਜ ਹੈ। ਮਿੱਟੀ ਇਕੱਠੀ ਨਾ ਹੋਵੇ ਤੇ ਕੁੰਭਾਰ ਨੂੰ ਕਹੀਏ ਉਹ ਭਾਂਡੇ ਸਾਰੇ ਬਣਾ ਦੇਗਾ, ਪਰ ਮਿੱਟੀ ਤੋਂ ਬਿਨਾ ਉਹਦੀ ਕਾਰੀਗਰੀ ਕਾਦੀ ਜੀ। ਲੱਕੜ ਨਹੀਂ ਤੇ ਇੱਕ ਕਾਰੀਗਰ ਲੱਕੜ ਦਾ ਆਵੇ ਕਹੇਗਾ ਮੇਰੇ ਕੋਲ ਸਭ ਕੁਝ ਪਤਾ ਹੈ, ਪਰ ਪਦਾਰਥ ਤੋਂ ਬਿਨਾ ਮੇਰਾ ਕੰਮ ਕੀ ਬਣੇਗਾ। ਵਾਹਿਗੁਰੂ ਜੀ ਦੁਨੀਆ ਦੇ ਕਰਤੇ ਪਦਾਰਥ ਦੇ ਮੁਤਾਜ ਨੇ। ਸੋਨਾ ਹੋਵੇਗਾ ਤੇ ਸੁਨਾਰ ਦੀ ਕਿਰਤ ਚਮਕੇਗੀ, ਮਿੱਟੀ ਹੋਵੇਗੀ ਤੇ ਕੁੰਭਾਰ ਦੀ ਕਿਰਤ ਚਮਕੇਗੀ, ਲੋਹਾ ਹੋਵੇਗਾ ਤੇ ਲੋਹਾਰ ਦੀ ਕਿਰਤ ਨਿਖਰ ਕੇ ਸਾਹਮਣੇ ਆਏਗੀ। ਸੱਚ ਇਹ ਵੇ ਲੱਕੜ ਹੋਵੇਗੀ, ਇੱਕ ਤਰਖਾਣ ਦੀ ਕਿਰਤ, ਲੱਕੜ ਦਾ ਕੰਮ ਕਰਨ ਵਾਲੇ ਦੀ ਕਿਰਤ ਨਿਰ ਕੇ ਆਏਗੀ। ਰੱਬ ਕਰਤਾ ਐਸੇ ਨਹੀਂ। ਨਹੀਂ ਪਿਆਰਿਓ, ਜਦੋਂ ਕੁਛ ਵੀ ਨਹੀਂ ਸੀ, ਉਸ ਕਰਤੇ ਨੇ ਸਭ ਕੁਝ ਆਪਣੇ ਵਿੱਚੋਂ ਹੀ ਪੈਦਾ ਕੀਤਾ। ਫਿਰ ਬੇਨਤੀ, ਜਿਵੇਂ ਆਪ ਪਾਠ ਕਰਨੇ, ਆਪੀ ਨੇ ਆਪ ਸਾਜਿਓ, ਦੂਜਾ ਤੇ ਰੱਖੀ ਕੋਈ ਨਹੀਂ। ਉਹ ਕੇਵਲ ਕਰਤਾ, ਦੁਨੀਆ ਵਰਗਾ ਨਹੀਂ ਵੀ ਆਹ ਚੀਜ਼ ਬਣਾ ਦਿੱਤੀ। ਮਹਾਰਾਜ ਕਹਿੰਦੇ ਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ। ਫਿਰ ਅਗਲਾ ਬਚਨ ਕਿਆ, ਕਰ ਆਸਨ ਡਿਠੋ ਚਾਓ, ਕਰ ਆਸਨ ਪੁਰਖ ਹੈ ਜਿਹੜਾ ਸਮਾਇਆ ਹੋਇਆ। ਫਿਰ ਇਸ ਬੇਨਤੀ ਨੂੰ ਜੇ ਡੂੰਗੀ ਵੀ ਲੱਗੇ ਸੁਣ ਲਿਓ, ਦੁਬਾਰਾ ਸੁਣਾਂਗੇ ਸਮਝ ਜ਼ਰੂਰ ਪਏਗੀ। ਕਰਤਾ ਪੁਰਖ, ਕਰਤਾ ਸਭ ਕੁਝ ਬਣਾਉਣ ਵਾਲਾ, ਪਰ ਉਸ ਨੂੰ ਆਪ ਪਦਾਰਥ ਵੀ ਉਹਨੇ ਬਣਾਇਆ। ਇਸੇ ਕਰਕੇ ਜਪਜੀ ਸਾਹਿਬ ਜਦੋਂ ਕਰਤੇ ਦੀ ਗੱਲ ਕੀਤੀ, ਇਹਨੂੰ ਦੈਵੀ ਇੱਛਾ ਨਾਲ ਜੋੜਿਆ ਗਿਆ, ਜਿਹਨੂੰ ਆਪ ਦੂਸਰੀ ਪੌੜੀ 'ਚ ਪੜ੍ਹਦੇ ਹੋ, ਹੁਕਮੀ ਹੋਵਣ ਆਕਾਰ। ਇੱਥੇ ਪਦਾਰਥ ਕਿੱਥੇ ਆ ਗਿਆ? ਪਦਾਰਥ ਤਾਂ ਉਹਦੇ ਹੁਕਮ ਚੋਂ ਨਿਕਲ ਰਿਹਾ। ਜਿਹਨੂੰ ਆਪ ਅੱਗੇ ਜਾ ਕੇ ਪੜ੍ਹਦੇ ਹੋ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹ ਕਰਤਾ ਹੈ, ਬਣਾਉਣ ਵਾਲਾ, ਕਿਰਤ ਕਰਨ ਵਾਲਾ ਹੈ, ਪਰ ਉਹਨੂੰ ਕਿਰਤ ਕਰਨ ਵਾਸਤੇ ਕਿਸੇ ਚੀਜ਼ ਦੀ ਮੁਤਾਜੀ ਨਹੀਂ। ਉਹਨੂੰ ਇਹ ਨਹੀਂ ਵੀ ਆਹ ਕੁਝ ਹੋਵੇਗਾ ਤੇ ਮੈਂ ਬਣਾਵਾਂਗਾ। ਜਿਸ ਦਿਨ ਉਹਨੇ ਸਿਰਜਿਆ, ਹੁਕਮ ਦੈਵੀ ਇੱਛਾ ਵਿੱਚੋਂ ਨਿਕਲਿਆ। ਪਿਆਰਿਓ, ਸਤਿਗੁਰੂ ਕਹਿੰਦੇ ਨੇ ਕਰਤਾ, ਹਰ ਚੀਜ਼ ਦਾ ਕਰਤਾ ਹੋਵੇ, ਤੇ ਉਹਨੂੰ ਸਤਿਗੁਰੂ ਨੇ ਬੜੀ ਬਾਣੀ ਵਿੱਚ ਵਰਤਿਆ, ਤੂੰ ਕਰਤਾ ਸਚਿਆਰ ਮੈਡਾ ਸਾਈਂ। ਮਹਾਰਾਜ ਨੇ ਉੱਥੇ ਕਰਤਾ ਕਿਹਾ।
ਇੱਥੇ ਅੱਗੇ ਸ਼ਬਦ ਹੈ ਪੁਰਖ। ਵੈਸੇ ਇਹਦੇ ਅਰਥ ਹਿੰਦੂ ਵੀਰ ਜਦੋਂ ਅਰਥ ਕਰਦੇ ਆ ਇਹਦੇ ਅਰਥ ਪੁਰਸ਼ ਨਾਲ ਕਰਦੇ ਆ। ਮੈਂ ਆਪ ਨੂੰ ਬੇਨਤੀ ਕਰਾਂਗਾ, ਪੁਰਖ ਦਾ ਅਰਥ ਇੱਥੇ ਵੇ ਪੂਰਿਆ ਹੋਇਆ, ਸਮਾਇਆ ਹੋਇਆ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀਅਰ ਏਕੋ ਪੁਰਖ ਸਮਾਣਾ, ਜਿਹੜਾ ਸਾਰੀਆਂ ਥਾਵਾਂ ਤੇ ਵੀ ਕਰਤਾ ਹੈ, ਪੁਰਖ ਹੈ, ਸੱਚੀ ਮੁੱਚੀ ਉਹ ਸਭ ਥਾਂ ਤੇ ਸਮਾਇਆ ਹੋਇਆ, ਸਭ ਕੁਝ ਬਣਾ ਕੇ। ਫਿਰ ਬੇਨਤੀ ਸੁਣਿਓ, ਇਹ ਸਿਰਫ ਇੱਕ ਓੰਕਾਰ ਕਰਤਾ ਪੁਰਖ ਹੈ, ਬਾਕੀ ਕੋਈ ਨਹੀਂ। ਮੈਂ ਆਪ ਨੂੰ ਕਿਹਾ ਕਰਤੇ ਨੇ, ਮੰਨ ਲਓ ਇਹ ਜਿਹੜੀ ਚੀਜ਼ ਬਣਾਈ ਕਿਸੇ ਨੇ, ਚਲੋ ਅਸੀਂ 3 ਉਦਾਹਰਨਾਂ ਲਈਆਂ, ਇਹ ਘੜੇ ਦੀ, ਸੋਨੇ ਦੀ, ਲੋਹੇ ਦੀ। ਸੋਨੇ ਦੇ ਗਹਿਣੇ ਭਾਰਤ ਤੋਂ ਕੋਈ ਬੀਬੀ ਬਣਾ ਕੇ ਲੈ ਆਈ, ਤੇ ਕੁਝ ਦਿਨਾਂ ਬਾਅਦ ਪਤਾ ਲੱਗਦਾ ਜਿਸ ਸੁਨਾਰ ਨੇ ਮੇਰੇ ਵਿਆਹ ਦਾ ਸੋਨਾ ਬਣਾਇਆ ਸੀ ਉਹ ਤਾਂ ਮਰ ਗਿਆ। ਯਾਦ ਰੱਖਿਓ, ਕਿਰਤ ਕਰਨ ਵਾਲਾ ਕਿਰਤ ਦੇ ਵਿੱਚ ਨਹੀਂ ਆਉਂਦਾ। ਉਹਨੇ ਬਣਾ ਦਿੱਤਾ, ਪਰ ਜਿਹੜੀ ਚੀਜ਼ ਬਣਾਈ ਏ ਉਹਦੇ ਵਿੱਚ ਉਹਦੀ ਚੇਤਨਾ ਨਹੀਂ, ਉਹ ਚਲਾ ਗਿਆ। ਪਰ ਕਰਤਾ ਪੁਰਖ ਐਸਾ ਨਹੀਂ ਪਿਆਰਿਓ, ਜੋ ਕੁਝ ਕਿਰਤ ਕਰਦਾ ਹਰ ਕਿਰਤ ਦੇ ਵਿੱਚ ਆਪ ਸਮਾ ਜਾਂਦਾ ਹੈ। ਜਿਹਨੂੰ ਕਰ ਆਸਨ ਡਿਠੋ ਚਾਓ, ਜਿਹਨੂੰ ਆਪ ਕਹਿੰਦੇ ਹੋ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਕੋਈ। ਕਰਤਾ ਪੁਰਖ ਸਭ ਕੁਝ ਬਣਾ ਕੇ ਉਹਦੇ ਵਿੱਚ ਸਮਾ ਗਿਆ, ਉਹਦੇ ਵਿੱਚ ਟਿਕ ਗਿਆ। ਅਗਲਾ ਬਚਨ ਹੈ ਨਿਰਭਉ, ਨਿਰਭਉ, ਨਿਰ ਦਾ ਅਰਥ ਹੈ ਰਹਿਤ, ਭਉ ਦਾ ਅਰਥ ਹੈ ਡਰ। ਉਹ ਇੱਕ ਓੰਕਾਰ ਜੇ ਸੱਚ ਹੈ, ਜੇ ਕਰਤਾ ਪੁਰਖ ਹੈ, ਉਹਨੂੰ ਕਿਸੇ ਦਾ ਕੋਈ ਭੈ ਨਹੀਂ। ਬਾਕੀ ਯਾਦ ਰੱਖਿਓ, ਸਾਰੀ ਦੁਨੀਆ ਭੈ ਚ ਹੈ, ਸਗਲ ਸਮਗਰੀ ਡਰੈ ਵਿਆਪੀ, ਬਿਨ ਡਰ ਕਰਨਾ ਹਾਰਾ। ਇੱਥੋਂ ਤੱਕ ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ। ਕੇਤੇ ਰਾਮ ਰਵਾਲ ਵੀ ਭੈ ਵਿੱਚ ਨੇ, ਇੱਕ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਕਿਸੇ ਕਿਸਮ ਦਾ ਕੋਈ ਭੈ ਹੈ ਹੀ ਨਹੀਂ। ਵੱਡੇ ਵੱਡੇ ਦੇਵੀ ਦੇਵਤੇ ਭੈ ਵਿੱਚ ਨੇ। ਨਿਰਭਉ, ਉਹ ਭਉ ਤੋਂ ਰਹਿਤ, ਉਹਨੂੰ ਕੋਈ ਡਰ ਨਹੀਂ, ਉਹਨੂੰ ਕੋਈ ਭੈ ਨਹੀਂ। ਸੱਚਮੁੱਚ ਉਹ ਨਿਰਭੈ ਹੈ। ਹਾਂ, ਇਹਦੀ ਸਾਧਨਾ ਗੁਰਮੁਖੇ ਦੱਸਦੇ ਆ, ਗੁਰਬਾਣੀ ਨਾਲ ਸਾਧਨਾ ਵੀ ਦੱਸਦੀ ਹੈ ਨਾ, ਕਿ ਜਿਹੜਾ ਨਿਰਭਉ ਨੂੰ ਜਪੇਗਾ, ਇੱਕ ਦਿਨ ਨਿਰਭਉ ਆਪਣੀ ਨਿਰਭੈਤਾ ਉਹਦੇ ਅੰਦਰ ਟਿਕਾ ਦਿੰਦਾ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਦਾ ਭੈ ਮੁਕਤ ਹੋ ਗਿਆ। ਜਿਹਨੂੰ ਗੁਰੂ ਸਾਹਿਬ ਅੱਗੇ ਕਹਿੰਦੇ ਨੇ, ਜੇ ਨਿਰਭਉ ਹੈ, ਨਿਰਵੈਰ, ਉਹ ਵੈਰ ਤੋਂ ਰਹਿਤ ਹੈ। ਗੁਰਮੁਖੋ, ਵੈਰ ਕਮਾਉਣ ਵਾਸਤੇ ਹੋਰ ਬੜੀਆਂ ਬਿਮਾਰੀਆਂ ਚਾਹੀਦੀਆਂ ਨੇ, ਵੈਰ ਇਸ ਤਰ੍ਹਾਂ ਨਹੀਂ ਕਮਾਇਆ ਜਾਂਦਾ। ਵੈਰ ਕਮਾਉਣ ਲਈ ਸਭ ਤੋਂ ਪਹਿਲਾਂ ਈਰਸ਼ਾ ਚਾਹੀਦੀ ਹੈ। ਈਰਖਾ ਤੋਂ ਬਿਨਾਂ ਤਾਂ ਬੰਦਾ ਵੈਰ ਹੀ ਨਹੀਂ ਕਮਾਉਂਦਾ। ਈਰਸ਼ਾ ਹੋਵੇਗੀ ਤਾਂ ਐਸਤਾ ਐਸਤਾ ਕੰਮ ਸ਼ੁਰੂ ਹੋਵੇਗਾ ਨਾ ਵੈਰ ਦਾ। ਉਹ ਕਿਸੇ ਨਾਲ ਈਰਖਾ ਹੀ ਨਹੀਂ ਕਰਦਾ। ਈਰਖਾ ਉੱਥੇ ਪੈਦਾ ਹੁੰਦੀ ਹੈ ਜਿੱਥੇ ਬਰਾਬਰ ਦਿਸਦਾ ਹੋਵੇ ਕੋਈ। ਯਾਦ ਰੱਖਿਓ, ਹਮੇਸ਼ਾ ਭਿਖਾਰੀ ਨਾਲ ਭਿਖਾਰੀ ਈਰਖਾ ਕਰੇਗਾ, ਸੰਤ ਨਾਲ ਸੰਤ ਕਰੇਗਾ, ਗਿਆਨੀ ਨਾਲ ਗਿਆਨੀ ਕਰੇਗਾ, ਗਾਉਣ ਵਾਲੇ ਨਾਲ ਗਾਉਣ ਵਾਲਾ ਕਰੇਗਾ, ਰਾਜਨੀਤਿਕ ਨਾਲ ਰਾਜਨੀਤਿਕ ਕਰੇਗਾ। ਜਿੱਥੇ ਬਰਾਬਰਤਾ ਦਿਸਦੀ ਉੱਥੇ ਈਰਸ਼ਾ ਹੈ। ਪਿਆਰਿਓ, ਉਹਦੇ ਨੇੜੇ ਈਰਸ਼ਾ कैसे ਹੋਣੀ ਹੈ? ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ ਈਰਖਾ ਕਰਦਾ, ਈਰਖਾ ਰਹਿਤ ਹੈ। ਫਿਰ ਅਗਲੀ ਗੱਲ ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਪਰ ਸੱਚ ਜੇ ਗੁਰੂ ਸਾਹਿਬ ਦੀ ਬਾਣੀ ਦਾ ਜਦੋਂ ਪਾਠ ਕਰ ਰਹੇ ਹਾਂ, ਜਿੰਨਾ ਮਰਜੀ ਬੰਦਾ ਗੰਦਾ ਹੋ ਜਾਏ, ਮਾੜਾ ਹੋ ਜਾਏ, ਭੈੜਾ ਹੋ ਜਾਏ, ਸੱਚ ਇਹ ਵੇ ਕਿ ਜਿਵੇਂ ਇੱਕ ਮਾਂ, ਇੱਕ ਬਾਪ, ਜਿਤਨਾ ਮਰਜੀ ਸੰਤਾਨ, ਜਿਤਨਾ ਮਰਜੀ ਬੱਚੇ, ਜਿਤਨਾ ਮਰਜੀ ਨੇੜੇ ਦਾ ਰਿਸ਼ਤਾ ਅੱਤ ਦਾ ਗਿਰ ਜਾਏ, ਪਰ ਉਹਦਾ ਸੀਨਾ ਫਿਰ ਵੀ ਕਹਿੰਦਾ ਨਹੀਂ ਮੇਰਾ ਹੈ। ਸੱਚ ਇਹ ਵੇ, ਵਾਹਿਗੁਰੂ ਜੀ ਵੈਰ ਨਹੀਂ ਕਮਾਉਂਦੇ। ਬੰਦਾ ਜਿੰਨਾ ਮਰਜੀ ਡਿੱਗ ਪਵੇ, ਵਾਹਿਗੁਰੂ ਜੀ ਆਪਣੇ ਸੀਨੇ ਨਾਲ ਲਾਉਂਦੇ ਆ। ਉਹ ਵੈਰ ਨਹੀਂ ਕਮਾਉਂਦੇ, ਨਿਰਵੈਰ। ਉਹ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਇਸੇ ਕਰਕੇ ਜਦੋਂ ਅਸੀਂ ਗੁਰੂ ਪਦ ਦੇਖਦੇ ਹਾਂ ਨਾ, ਅੱਜ ਦੇ ਜਿਹੜੇ ਵਿਦਵਾਨ ਨੇ ਉਹ ਚਕਰਾ ਜਿਹਾ ਜਾਂਦਾ ਅੰਦਰ ਵੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਜਹਾਂਗੀਰ ਨੇ ਬੁਲਾਇਆ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਿਲ ਪਏ ਹਨਾ। ਅੱਜ ਦੇ ਹੁੰਦੇ ਤੇ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਨਹੀਂ ਕੀ ਕਰਦੇ ਸਿੱਖ। ਔਰੰਗਜ਼ੇਬ ਨੇ ਕੁਝ ਕੀਤਾ ਤੇ ਮਹਾਰਾਜ ਬਹਾਦਰ ਸ਼ਾਹ ਦੀ ਮਦਦ ਕਰਦੇ ਰਹੇ। ਇਹ ਗੱਲ ਚੇਤੇ ਰੱਖਿਓ, ਸਤਿਗੁਰ ਅੰਦਰੋਂ ਨਿਰਵੈਰ ਹੈ। ਗੁਰੂ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਹਜ਼ੂਰ ਨੇ ਕਿਹਾ ਇਹ ਸਾਰੀ ਸਾਧਨਾ ਜਿਹਨੂੰ ਜਪਾਂਗੇ ਉਹਦੇ ਵਰਗੇ ਹੋਵਾਂਗੇ। ਇਸੇ ਕਰਕੇ ਕਿਹਾ ਵੀ ਤੁਸੀਂ ਮੂਲ ਮੰਤਰ ਦਾ ਇੰਨਾ ਅਭਿਆਸ ਕਰੋ
ਭਾਵੇਂ ਗੁਰਮੁਖ ਪਿਆਰੇ ਵਾਹਿਗੁਰੂ ਸ਼ਬਦ ਜਪੋ। ਜਿੰਨਾ ਮੂਲ, ਜਿੰਨੀ ਬੁਨਿਆਦ ਪੱਕੀ ਹੋਵੇਗੀ, ਜਿੰਨੀਆਂ ਮਰਜ਼ੀ ਮੰਜ਼ਲਾਂ ਉੱਤੇ ਲੈ ਜਾਓ ਪਿਆਰਿਓ, ਵਾਹਿਗੁਰੂ ਗੁਰ ਮੰਤਰ ਜਰਨਾ ਕੋਈ ਖਾਲਾ ਜੀ ਦਾ ਫੜ ਹੈ। ਮੂਲ ਮੰਤਰ ਸਾਡੇ ਅੰਦਰ ਨੂੰ ਬਹੁਤ ਵੱਡਾ ਟਿਕਾ ਦਿੰਦਾ ਹੈ। ਉਹ ਸਾਰੇ ਗੁਣ ਪ੍ਰਵੇਸ਼ ਕਰਨਗੇ। ਜੈਸਾ ਸੇਵੈ ਤੈਸੋ ਹੋਵੇ। ਜੇ ਸਿਮਰੇਗਾ ਨਿਰਭਉ ਤੇ ਨਿਰਭੈਤਾ ਆਵੇਗੀ। ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਹੀ ਕਾਰਨ ਅੱਜ ਕੱਲ੍ਹ ਮੈਂ ਦੇਖਣਾ, ਇਹ ਸਾਡੇ ਇੱਕ ਚੱਲਿਆ ਜੀ, ਇਹ ਲੋਕੀ ਲਿਖੇ ਭਾਰਤ 'ਚ ਮਿਲਦਾ, ਥੱਲੇ ਪਿੱਛੇ ਕਾਰਾਂ ਨਿਰਭਉ ਨਿਰਵੈਰ ਲਿਖਿਆ ਮਿਲਦਾ ਨਾ। ਗੁਰਮੁਖੋ, ਇਹ ਗਿਆਨੀ ਦੀ ਅਵਸਥਾ ਹੈ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਭੈ ਕਾਹੂ ਕੋ ਦੇਤ ਨੇ। ਇਹ ਨਿਰਵੈਰ ਹੁੰਦਾ, ਕਿਸੇ ਨੂੰ ਭੈ ਨਹੀਂ ਦਿੰਦਾ। ਨਹਿ ਭੈ ਮਾਨਤ ਆਨ, ਕਿਸੇ ਤੋਂ ਡਰਦਾ ਵੀ ਨਹੀਂ। ਨਿਰਭਉ, ਇਸ ਯਾਦ ਰੱਖਿਓ, ਨਿਰਭਉ ਤੇ ਨਿਰਵੈਰ ਦਾ ਸ਼ਲੋਕ ਹੈ। ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਨਿਰਭਉ ਹੈ, ਨਿਰਵੈਰ ਹੈ। ਅਗਲਾ ਬਚਨ ਹੈ ਜੀ ਅਕਾਲ। ਐੜਾ ਗੇਤਰ ਲੱਗਾ, ਐੜੇ ਨੂੰ ਕੰਨਾ ਨਹੀਂ ਲੱਗਾ। ਅਕਾਲ, ਕਾਲ ਦਾ ਗੇਤਰ ਐੜਾ। ਕਾਲ ਦਾ ਅਰਥ ਸਮਾਂ, ਕਾਲ ਦਾ ਅਰਥ ਵਕਤ। ਐੜਾ ਅਗੇਤਰ ਲਾ ਦਿੱਤਾ ਵੀ ਅਕਾਲ। ਕਾਲ ਰਹਿਤ ਅਨਕਾਲ ਸਰੂਪਾ ਮਹਾਰਾਜ ਕਹਿੰਦੇ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਅਨਕਾਲ ਹੈ ਉਹ, ਜਿਹਦੇ ਉੱਤੇ ਕੋਈ ਸਮਾਂ ਨਹੀਂ ਪ੍ਰਭਾਵ ਪਾਉਂਦਾ। ਸੀ ਜਿੰਨੇ ਬੈਠੇ ਅਸੀਂ ਸਮੇਂ ਦੇ ਅਧੀਨ, ਸਾਨੂੰ ਕਾਲ ਨੇ ਖਾਣਾ ਹੈ ਜੀ। ਦੇਖੋ, ਕਾਲ ਸੀ ਇੱਕ ਨਿੱਕਾ ਜਿਹਾ ਸੈੱਲ ਬਣਿਆ, ਕਾਲ ਸੀ 9 ਮਹੀਨਿਆਂ 'ਚ 6 ਮਹੀਨਿਆਂ 'ਚ ਵਜੂਦ ਬਣ ਗਿਆ, 10 ਮਹੀਨਿਆਂ ਜਨਮ ਆ ਗਿਆ, ਬਚਪਨ ਆ ਗਿਆ, ਜਵਾਨੀ ਆ ਗਈ, ਬੁਢੇਪਾ ਆ ਗਿਆ। ਇੱਥੋਂ ਤੱਕ ਜਿਹੜੇ ਬੰਦੇ ਕੌਮੇ ਵੀ ਚਲੇ ਜਾਂਦੇ ਆ, ਵਾਹਿਗੁਰੂ ਬੇਹੋਸ਼ ਹੋ ਜਾਂਦੇ ਆ, ਉਹ ਹਸਪਤਾਲ ਭਾਵੇਂ ਪੈ ਰਹਿਣ, ਪਰ ਕਾਲ ਉਹਨਾਂ ਤੇ ਵੀ ਅਸਰ ਕਰੀ ਜਾਂਦਾ ਹੈ। ਸਮਾਂ ਅਸਰ ਕਰਦਾ ਨਾ ਜੀ। ਉਹਨਾਂ ਦੇ ਕੇਸ ਚਿੱਟੇ ਹੋ ਜਾਣਗੇ, ਬੁਢੇਪਾ ਆਏਗਾ, ਮੌਤ ਆਏਗੀ। ਜੋ ਮਰਜ਼ੀ ਕਰੀ ਜਾਓ, ਕਾਲ ਨੇ ਨਹੀਂ ਰੁਕਣਾ। ਅਸੀਂ ਸਮੇਂ ਅਧੀਨ ਆ। ਬਚਪਨ, ਜਵਾਨੀ, ਬੁਢੇਪਾ, ਮੌਤ ਹੈ, ਕਾਲ ਹੈ। ਪਰ ਗੁਰਮੁਖੋ, ਉਹ ਅਕਾਲ ਹੈ। ਉਸ ਉੱਪਰ ਸਮੇਂ ਦਾ ਪ੍ਰਭਾਵ ਕੋਈ ਨਹੀਂ, ਕਿਉਂਕਿ ਸਮਾਂ ਤਾਂ ਉਹਨੇ ਪੈਦਾ ਕੀਤਾ ਹੈ। ਉਹ ਸਮੇਂ ਤੋਂ ਪਹਿਲਾਂ ਹੈ। ਉਹ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਨੇ ਭਾਈ ਤੂੰ ਅਕਾਲ ਪੁਰਖ, ਸਮੇਂ ਤੋਂ ਉੱਪਰ ਹੈ। ਇਸੇ ਕਰਕੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਸਿੱਖਾਂ ਵਿੱਚ ਬੜੇ ਸ਼ਬਦ ਕਮਾਲ ਦੇ ਮਹਾਰਾਜ ਨੇ ਦਿੱਤੇ। ਅਕਾਲ ਉਸਤਤ, ਹਾਲਾਂਕਿ ਉੱਥੇ ਸਰਲੇਖ ਅਕਾਲ ਉਸਤਤ ਨਹੀਂ, ਉੱਥੇ ਸ਼ਬਦ ਸ਼ੁਰੂ ਹੁੰਦਾ ਹੈ ਸਰਬ ਕਾਲ ਕੀ ਰਚਾ ਹਮਣੇ ਜੋ ਪੜ੍ਹਨੇ, ਅਖੀਰ ਤੇ ਮਹਾਰਾਜ ਕਹਿੰਦੇ ਉਸਤਤ ਵਰਣਨ। ਇਹਦਾ ਮਤਲਬ ਸਾਡੇ ਬਜ਼ੁਰਗਾਂ ਨੇ ਦੋਨੋਂ ਸ਼ਬਦ ਲੈ ਲਏ, ਪਹਿਲਾ ਅਕਾਲ ਲੈ ਲਿਆ, ਅਖੀਰ ਤੇ ਉਸਤਤ ਲੈ ਲਿਆ। ਇਸ ਬਾਣੀ ਨੂੰ ਇਕੱਠਿਆ ਰੱਖ ਕੇ ਸਰਲੇਖ ਦੇ ਦਿੱਤਾ, ਅਕਾਲ ਉਸਤਤ, ਪਰਮਾਤਮਾ ਦੀ ਉਸਤਤ। ਇਸੇ ਕਰਕੇ ਸਾਡੇ 'ਚ ਮੌਤ ਦੀ ਥਾਂ ਤੇ ਇੱਕ ਸ਼ਬਦ ਵਰਤਿਆ, ਅੱਜ ਸਿੰਘ ਅਕਾਲ ਚਲਾਣਾ ਕਰਕੇ ਸਮੇਂ ਦੇ ਪਰਦੇ ਨੂੰ ਪਾਰ ਗਿਆ ਹੈ। ਇਹ ਲਫ਼ਜ਼ ਸਨ ਜਪਣ ਵਾਲਿਆਂ ਲਈ। ਅਕਾਲ, ਉਸ ਉੱਪਰ ਕੋਈ ਸਮੇਂ ਦਾ ਅਸਰ ਨਹੀਂ। ਅੱਗੇ ਹੈ ਜੀ ਸ਼ਬਦ ਮੂਰਤ। ਮੂਰਤ ਦੇ ਲਫ਼ਜ਼ੀ ਅਰਥ ਚਿੱਤਰ ਵੀ ਕਰਦੇ ਆ ਕਈ ਸੱਜਣ। ਇੱਥੇ ਮੂਰਤ ਦਾ ਅਰਥ ਕਰਾਂਗੇ ਹੋਂਦ। ਟਾਈਮ ਉਹਦੇ ਤੇ ਲਾਗੂ ਨਹੀਂ, ਪਰ ਉਹ ਹੈ। ਇਹ ਮਤ ਸਮਝੋ ਹੈ ਨਹੀਂ। ਵਾਹ ਵਾਹ, ਸਤਿਗੁਰੂ ਕਹਿੰਦੇ ਨੇ ਮਤ ਸਮਝੋ ਵੀ ਜੇ ਅਕਾਲ ਆਪਾਂ ਕਹਾਂਗੇ ਜੀ ਬਚਪਨ, ਜਵਾਨੀ, ਬੁਢੇਪਾ ਕੁਝ ਨਹੀਂ ਹੈ ਕੀ, ਪਰ ਗੁਰੂ ਸਾਹਿਬ ਕਹਿੰਦੇ ਮੂਰਤ ਉਹਦੀ ਹੋਂਦ ਹੈ। ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦਾ ਚੱਕਰ ਚਿੰਨ ਅਰ ਬਰਨ ਜ਼ਾਤ ਅਰ ਪਾਤ ਨੈਣ, ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਿ ਅਚਲ ਮੂਰਤ। ਇੱਥੇ ਅਕਾਲ ਮੂਰਤ ਹੈ। ਚਲਾਏਮਾਨ ਵੀ ਤਾਂ ਸਮਾਂ ਹੈ ਨਾ। ਅਚਲ ਦਾ ਅਰਥ ਜਿਹੜਾ ਚਲਾਏਮਾਨ ਨਹੀਂ, ਸਮਾਂ ਨਹੀਂ ਉੱਤੇ ਅਸਰ ਕਰਦਾ। ਅਕਾਲ ਮੂਰਤ ਉਹਦੀ ਹੋਂਦ ਹੈ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਇਹ ਵੀ ਇੱਕ ਸੀ ਜੀ। ਅਸੀਂ ਜਦੋਂ ਗੁਰੂ ਸਾਹਿਬ ਜੀ ਦੀ ਸਿਫਤ ਕਰਨੇ ਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰ ਪਰਮੇਸ਼ਰ ਏਕੋ ਜਾਣ। ਥੋੜਾ ਜਿਹਾ ਮਨ ਸਾਡੇ ਬੰਦਿਆਂ ਦੇ ਤੇ ਥਿੜਕ ਜਿਹਾ ਜਾਂਦਾ ਜੀ। ਇਹ ਤਾਂ ਫਿਰ ਜੂਨ ਹੋ ਗਈ। ਜੂਨ ਇੱਕ ਪ੍ਰੋਸੈਸ ਹੈ। ਗੁਰੂ ਜੂਨਾਂ 'ਚ ਨਹੀਂ ਆਉਂਦਾ। ਫਿਰ ਬੇਨਤੀ ਹੈ, ਉਹ ਆਏ ਨੇ ਇੱਥੋਂ ਤੱਕ ਗੁਰਮੁਖੋ, ਜਪਣ ਵਾਲਾ ਗੁਰਮੁਖ ਜੂਨ 'ਚ ਨਹੀਂ ਆਉਂਦਾ। ਜਨ ਆਵਨ ਕਾ ਇੱਕ ਹੈ ਸੁਆਓ। ਉਹ ਕਰਮ ਨਹੀਂ ਭੋਗਣ ਆਇਆ, ਸੱਚੀ ਮੁੱਚੀ ਉਹ ਕਰਮ ਭੋਗਦਿਆਂ ਦੇ ਕਰਮਾਂ ਦੀਆਂ ਜੰਜੀਰਾਂ ਕੱਟਣ ਆਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਓ। ਉਹ ਕਰਮ ਨਹੀਂ ਭੋਗਣ ਆਇਆ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ
सदा नमस्कार। अकाल मूरत, अगे शब्द वरत्या अजूनी, वो जूना च नहीं। सहभंग, सहभंग सुते सिद्ध प्रकाशमान है, ਉਹਨੂੰ ਕਿਸੇ ਪ੍ਰਕਾਸ਼ਮਾਨ ਨਹੀਂ ਕੀਤਾ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਫਿਰ ਮੈਂ ਪਿਛਲੇ ਦਿਨੀ ਇਹ ਕਥਾ ਕਰ ਰਹੇ ਸਾਂ, ਆਪੀ ਨੇ ਆਪ ਸਾਜਿਓ ਆਇਆ। ਮੈਂ ਇੱਥੇ ਵੀ ਕਿਹਾ ਸੀ, ਇਹ ਨਾ ਮਨ ਚ ਆਵੇ ਸਾਜਿਓ ਦਰ ਤੇ ਉਦੋਂ ਪਹਿਲਾਂ ਨਹੀਂ ਸੀ। ਆ ਫੁਰ ਤੋਂ ਸਫੁਰ ਹੋਇਆ ਸਾਜਿਆ ਹੈ, ਨਿਰਾਕਾਰ ਤੋਂ ਸਾਕਾਰ ਹੋਇਆ ਸਾਜਿਆ ਹੈ, ਨਿਰਗੁਣ ਤੋਂ ਸਰਗੁਣ ਹੋਇਆ ਹੈ। ਸੱਚ ਐਵੇਂ ਅਦ੍ਰਿਸ਼ਟ ਤੋਂ ਦ੍ਰਿਸ਼ਟਮਾਨ ਸਾਜਿਓ ਹੈ। ਇੱਥੇ ਗੁਰੂ ਜੀ ਕਹਿ ਰਿਹਾ ਕਿ ਆਪਣੇ ਆਪ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹਨੂੰ ਮੈਂ ਪੜਿਆ ਆਪੀ ਨੇ ਆਪ ਸਾਜੀ, ਉਹਨੂੰ ਕਿਸੇ ਨਹੀਂ ਸਾਜਿਆ, ਉਹਨੂੰ ਕਿਸੇ ਪਦਵੀ ਦੀ ਲੋੜ ਨਹੀਂ। ਮੰਨ ਲਓ ਸਾਰਾ ਸੰਸਾਰ ਆਕੀ ਹੋ ਜਾਏ, ਅਸੀਂ ਰੱਬ ਨੂੰ ਨਹੀਂ ਮੰਨਦੇ, ਮੈਂ ਵੈਸੇ ਕਦੀ ਹੋਣਾ ਨਹੀਂ ਹੈ, ਪਰ ਫਿਰ ਵੀ ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ। ਉਹ ਵੋਟਾਂ ਨਾਲ ਥੋੜਾ ਬਣਿਆ, ਉਹ ਜਿੰਦਾਬਾਦ ਮੁਰਦਾਬਾਦ ਨਾਲ ਥੋੜਾ ਬਣਿਆ। ਉਹਨੇ ਕੰਪੇਨ ਕੀਤੀ ਸੀ, ਲੋਕੋ ਮੇਰੇ ਹੱਥ 'ਚ ਵੋਟ ਪਾਓ। ਸਾਰੀ ਦੁਨੀਆ ਕੈਸੇ ਨਹੀਂ ਮੰਨਦੇ। ਮਹਾਰਾਜ ਕਹਿੰਦੇ ਆ ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਵੱਢਦਾ ਨਾ ਘਟਦਾ ਹੈ। ਹੁਣ ਸਾਰੀ ਗੱਲ ਕਹਿ ਕੇ ਏਕ ਓੰਕਾਰ ਸਤਨਾਮ ਹੈ, ਏਕ ਓੰਕਾਰ ਕਰਤਾ ਪੁਰਖ ਹੈ, ਏਕ ਓੰਕਾਰ ਨਿਰਭਉ ਹੈ, ਏਕ ਓੰਕਾਰ ਨਿਰਵੈਰ ਹੈ, ਏਕ ਓੰਕਾਰ ਅਕਾਲ ਮੂਰਤ ਹੈ, ਏਕ ਓੰਕਾਰ ਅਜੂਨੀ ਹੈ, ਏਕ ਓੰਕਾਰ ਸਹਿਭੰਗ ਹੈ। ਫਿਰ ਸਤਿਗੁਰੂ ਹੁਣ ਇਹ ਸਮੱਤ ਦਿਓ, ਇਹੋ ਜਿਹੇ ਨੂੰ ਮਿਲਾਂਗੇ ਕਿਵੇਂ? ਕਹਿੰਦੇ ਤੂੰ ਆਪਣੀ ਅਕਲ, ਆਪਣੀ ਸਿਆਣਪ, ਆਪਣਾ ਜਪ, ਆਪਣਾ ਤਪ, ਜੋ ਕੋਈ ਤੂੰ ਪੰਡ ਚੁੱਕੀ ਬੈਠਾ ਸਾਰੀ ਇਹਦੇ ਸਾਹਮਣੇ ਰੱਖ ਦੇ। ਫਿਰ ਕੀ ਕਰ? ਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਮਿਲੇਗਾ, ਉਹਦੀ ਨਜ਼ਰ ਨਾਲ ਮਿਲੇਗਾ, ਉਹਦੀ ਬਖਸ਼ਿਸ਼ ਨਾਲ ਮਿਲੇਗਾ। ਮੈਂ ਸਮਾਂ ਭਾਵੇਂ ਜ਼ਿਆਦਾ ਲੈ ਲਿਆ, ਪਰ ਸਤਿਗੁਰਾਂ ਦੇ ਮੰਗਲ ਮੇਰਾ ਖਿਆਲ ਹੈ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਮੰਗਲ ਆਇਆ ਹੈ। ਅੱਗੇ ਹੈ, ਧਿਆਨ ਦਿਆ ਜੇ, ਰਾਗ ਜੈ ਜਾਵੰਤੀ, ਰਾਗ ਜੈ ਜਾਵੰਤੀ, ਇਹ ਰਾਗ ਦਾ ਨਾਮ ਹੈ। ਇਹ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਤਿਆ ਹੈ। ਕੁਝ ਵਿਦਵਾਨ ਕਹਿੰਦੇ ਨੇ ਇਹ ਪ੍ਰਭਾਤ ਵੇਲੇ ਦਾ ਹੈ, ਕੁਝ ਕਹਿੰਦੇ ਨੇ ਪਿਛਲ ਪੈਰ ਗਾਇਆ ਜਾਂਦਾ ਹੈ। ਮਹੱਲਾ 9ਵਾਂ, 9ਵੇਂ ਸਤਿਗੁਰਾਂ ਨੇ। ਹੁਣ ਦੇਖੋ ਸਾਨੂੰ ਸਮੱਤ ਦਿੰਦੇ ਆ, ਰਾਮ ਸਿਮਰ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਰਾਮ ਦਾ ਲਫ਼ਜ਼ੀ ਅਰਥ ਅਸੀਂ ਕੀਤਾ ਸੀ ਜੋ ਸਭ ਥਾਵਾਂ ਤੇ ਰਮਿਆ ਹੈ। ਉਂਝ ਸੰਸਕ੍ਰਿਤ ਦੇ ਕੋਸ਼ ਅਰਥ ਕਰਦੇ ਆ ਜਿਸਮੇ ਜੋਗੀ ਰਮਣ ਕਰੇ वो राम, जिसमें जोगी रमन करे। सिद्धे गुरबाणी च अर्थ ने जी जो सारिया थावां ते रमिया होया है, जो सब थावां ते व्यापक है। मैं आपनू पिछले दिन जदों इत्थे कथा कर रहे सां, मैं आपनू ये भी बेनती की सी, गुरु ग्रंथ साहिब विच त्रेते युग दे अवतार श्री रामचंद्र जी का जिक्र बड़ी वारी आया है। अदब नाल मैं फिर बेनती करांगा, क्योंकि अज साडी दुर्गति का कारण भी ये वे, क्योंकि असी गुरु ग्रंथ साहिब की कार नूं टप के अपनी मर्जी करने। ये टपदे ने ना कार, किसी अवतार की बेइज्जती करनी, अगे खुश होंदे बल्ले बल्ले कमाल कर दी अज जी। महाराज ने दोनों पक्ष लिया, रोवै राम निकाला भया भी है, राजा मेरा रामचंद भी है, गुरमुख बांधियो सेत विधाता है, ये भी है। पर मैं आपनूं उस दिन अर्ज की सी कि राम शब्द जिहड़ा सत युग विच भी जपिया जांदा सी। गुरबाणी मुताबक प्रहलाद जी ने राम जपिया। भगत नामदेव जी का शब्द बसदा बस कीनी सब राजे बिनती करे पटरानी, ओदी आरंभता है संडा मरका जाए पुकारे, पढ़े नहीं खम की पचारे, राम कह कर ताल बजावे। राम जी तो त्रेते विच आया। ਇਹਦਾ मतलब जो राम शब्द प्रभु लिखा है सर्व शक्तिमान ਲਈ ਉਦੋਂ ਵਰਤੀਂਦਾ ਰਿਹਾ। ਹਜ਼ੂਰ ਕਹਿੰਦੇ ਨੇ ਉਸ ਰਾਮ ਨੂੰ ਸਿਮਰ, ਉਹਦਾ ਚਿੰਤਨ ਕਰ, ਉਹਨੂੰ ਯਾਦ ਕਰ ਓਏ। ਫਿਰ ਕਹਿੰਦੇ ਨੇ ਰਾਮ ਸਿਮਰ। ਦੁਬਾਰਾ ਕਿਹਾ। ਇਹਦੇ ਗੁਰਮੁਖ ਅਰਥ ਕਰਦੇ ਆ, ਸੰਪਰਦਾਈ ਅਰਥ ਮੈਨੂੰ ਚੰਗੇ ਲੱਗੇ। ਰਾਮ ਸਿਮਰ, ਤੂੰ ਰਸਨਾ ਕਰਕੇ ਵੀ ਰਾਮ ਸਿਮਰ, ਰਾਮ ਸਿਮਰ ਤੂੰ ਮਨ ਕਰਕੇ ਵੀ ਰਾਮ ਸਿਮਰ, तू जबान करके भी सिमरन, क्योंकि जबान करके सिमरद्या ही एक दिन मन चलेगा ना। रसना तो भी जप राम सिमर,
ਰਾਮ ਸਿਮਰ, ਉਹਦਾ ਸਿਮਰਨ ਕਰ, ਉਹਨੂੰ ਯਾਦ ਕਰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹ ਹੈ ਤੇਰਾ ਕਾਜ ਹੈ, ਇਹ ਹੈ ਜਿਹੜਾ ਤੂੰ ਸਿਮਰਨ ਕਰੇਗਾ। ਤੇਰੇ ਦਾ ਅਰਥ ਸੌਖਾ ਹੈ ਜੀ, ਕਾਜ ਦਾ ਅਰਥ ਕੰਮ ਹੈ। ਉਹ ਬੰਦਿਆ ਤੂੰ ਮਨ ਕਰਕੇ, ਬਚਨਾ ਕਰਕੇ, ਰਸਨਾ ਕਰਕੇ, ਮਨ ਕਰਕੇ ਸਿਮਰਨ ਕਰ, ਨਾਮ ਜਪ, ਇਹ ਹੈ ਤੇਰਾ ਕਾਜ ਹੈ। ਤੇਰੇ ਕੰਮ ਵਿੱਚ ਇਹਨੇ ਹੀ ਆਉਣਾ ਹੈ, ਨਾਮ ਹੀ ਤੇਰੇ ਕੰਮ ਆਉਣਾ, ਹੋਰ ਕੁਝ ਨਹੀਂ ਆਉਣਾ। ਜਿਹਨੂੰ ਆਪ ਰੋਜ਼ ਪੜ੍ਹਦੇ ਹੋ, ਅਵਰ ਕਾਜ ਤੇਰਾ ਕਿਤੇ ਨਾ ਕੰਮ। ਸੱਚੀ ਮੁੱਚੀ ਕੋਈ ਕੰਮ ਨਹੀਂ, ਕਿਸੇ ਚੀਜ਼ ਨੇ ਕੰਮ ਨਹੀਂ ਆਉਣਾ। ਅਵਰ ਕਾਜ ਤੇਰਾ ਕਿਤੇ ਨਾ ਕੰਮ ਮਿਲ, ਸਾਧ ਸੰਗਤ ਭਜ ਕੇਵਲ ਨਾਮ, ਇਹ ਹੈ ਤੇਰਾ ਕਾਜ ਹੈ। ਤੇਰਾ ਕਾਜ ਨਾ ਗ੍ਰਹਿ ਰਾਜ ਮਾਲ, ਤੇਰਾ ਕਾਜ ਨਾ ਵਿਖੇ ਜੰਜਾਲ। ਮਹਾਰਾਜ ਕਹਿੰਦੇ ਤੇਰਾ ਕਾਜ ਨਾ ਗ੍ਰਹਿ ਰਾਜ ਮਾਲ, ਤਿੰਨ ਸ਼ਬਦ ਵਰਤੇ। ਤੇਰੇ ਕੰਮ ਤੇਰੇ ਘਰ ਨੇ ਨਹੀਂ ਆਉਣਾ, ਆਉਣਾ ਜੀ ਜਿੱਦਣ ਮਰਨਾ। ਕਿਸੇ ਨੇ ਡੱਬਾ ਕੋਈ ਨਹੀਂ 4 ਦਿਨ ਘਰ ਰੱਖਣਾ, ਇੱਥੇ ਸਰਕਾਰ ਚੁੱਕ ਕੇ ਲੈ ਜੂਗੀ। ਗ੍ਰਹਿ ਰਾਜ, ਜਿੰਨਾ ਤੂੰ ਰਾਜ ਭਾਗ ਭੋਗੀ ਬੈਠਾ, ਜੇ ਤੂੰ ਇਹ ਕਹੇ ਜੀ ਮੈਂ ਬੜਾ ਵੱਡਾ ਰਾਜਾ, ਜਿੱਦਣ ਤੂੰ ਮਰ ਗਿਆ ਫੌਜ ਇੱਥੇ ਬੰਦੂਕਾਂ ਚਲਾ ਚਲਾ ਕੇ ਸਲਾਮੀ ਦੇਊਗੀ, ਉੱਥੇ ਕਿਸੇ ਨਹੀਂ ਛਡਾਣਾ ਜਿੱਥੇ ਜਮਦੂਤਾਂ ਨੇ ਗਲ 'ਚ ਫਾਈ ਪਾਣੀ ਹੈ। ਤੇਰੇ ਕੰਮ ਰਾਜ ਨੇ ਨਹੀਂ ਆਉਣਾ। ਤੇਰਾ ਕਾਜ ਨਾ ਗ੍ਰਹਿ, ਤੇਰਾ ਘਰ ਨਹੀਂ ਕੰਮ ਆਉਣਾ, ਰਾਜ ਨਹੀਂ ਕੰਮ ਆਉਣਾ। ਮਾਲ, ਜਿੰਨਾ ਮਰਜੀ ਮਾਲ ਮੱਤਾ ਇਕੱਠਾ ਕਰ ਲੈ, ਦੌਲਤ ਕਰ ਲੈ, 1 ਟਕਾ ਵੀ ਤੇਰੇ ਕੰਮ ਨਹੀਂ ਆਉਣਾ। ਮਹਾਰਾਜ ਕਹਿੰਦੇ ਨੇ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਤੂੰ ਸਿਮਰਨ ਕਰ, ਨਾਮ ਜਪ, ਬੰਦਗੀ ਤੋਂ ਬਿਨਾ। ਹੁਣ ਜੇ ਕਹੋ ਜੀ ਸਿਮਰਨ ਦੀਆਂ ਤਾਕਤਾਂ, ਮੈਂ ਕਹਿੰਦਾ ਜਿਹੜਾ ਬੰਦਾ ਸੁਖਮਨੀ ਸਾਹਿਬ ਰੋਜ਼ ਪੜ੍ਹਦਾ ਹੈ ਨਾ, ਉਂਝ ਆਪ 'ਚ ਗੁਰਮੁਖ ਪਿਆਰੇ ਤੁਸੀਂ ਬੈਠੇ ਹੋ, ਮੈਂ ਤਾਂ ਇਹ ਕਹਿੰਦਾ ਜਿੰਨੀ ਉਮਰ ਢਲਦੀ ਪਈ ਉਹਨਾਂ ਨਿਤਨੇਮ ਹੋਰ ਵਧਾਵੇ ਸਤਿਗੁਰੂ। ਉਮਰ ਘਟੀ ਜਾਏ, ਸਿਮਰਨ ਵਧੀ ਜਾਏ। ਹੁਣ ਜੇ ਬੰਦਾ ਸੁਖਮਨੀ ਸਾਹਿਬ ਪੜ੍ਹ ਕੇ ਵੀ ਪੁੱਛੇ ਵੀ ਜੀ ਸਿਮਰਨ 'ਚ ਕੀ ਤਾਕਤ ਹੈ, ਤੇ ਮੇਰਾ ਖਿਆਲ ਹੈ ਉਹਨੂੰ ਪਹਿਲੀ ਅਸ਼ਟਪਦੀ ਚੰਗੀ ਤਰ੍ਹਾਂ ਪੜ੍ਹਨੀ ਚਾਹੀਦੀ ਹੈ ਨਿੱਠ ਕੇ। ਉਹ 'ਚ ਕਿਹੜੀ ਚੀਜ਼ ਹੈ? ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਏਦੂ ਜੀ ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਆਨੰਦ ਚੁਨਕਾਰ। ਮਹਾਰਾਜ ਕਹਿੰਦੇ ਨੇ ਉਹ ਸਿਮਰਨ ਦਾ ਕੋਈ ਪਾਰਾਵਾਰ ਪਾ ਸਕਦਾ? ਇੱਥੇ ਸਤਿਗੁਰੂ ਕਹਿ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੀ ਗੱਲ ਮੰਨੋ ਬੰਦਿਆ, ਤੂੰ ਸਿਮਰਿਆ ਕਰ ਰਸਨਾ ਨਾਲ ਵੀ ਤੇ ਮਨ ਨਾਲ ਵੀ। ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਤੇਰੇ ਕੰਮ ਹੀ ਨਹੀਂ ਆਉਣਾ। ਕਿੱਥੇ ਆਉਣਾ ਕੰਮ ਜੀ? ਹੁਣ ਮੈਂ ਕਿਹਾ ਵੀ ਪਰਿਵਾਰ ਨਹੀਂ ਕੰਮ ਆਏਗਾ, ਆਵੇਗਾ ਸਿਰਫ ਮੋਢਿਆਂ ਤੇ ਚੁੱਕਣ ਵਾਸਤੇ ਕੰਮ ਆਵੇਗਾ। ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਮ। ਸੰਸਕਾਰ ਕਰਨ ਦੇ ਕੰਮ ਆਉਣਗੇ, ਅੱਗੇ ਨਹੀਂ ਆਉਣਗੇ। ਸਰੀਰ ਨਹੀਂ ਆਏਗਾ, ਨਾਮ ਤੇਰੇ ਕੰਮ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ, ਇਹ ਤੇਰਾ ਕਾਜ ਹੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ, ਜਿਹਨੇ ਅੰਤਲੇ ਸਮੇਂ ਛਡਾਣਾ। ਕਈ ਵਾਰੀ ਚਲੋ ਹੁਣ ਮਨ ਕਈ ਵਾਰੀ ਨਹੀਂ ਟਿਕਦਾ, ਮੈਂ ਕਹਿੰਦਾ ਨਾਮ ਹੀ ਟਿਕੇ, ਨੇਮ ਨਾ ਛੱਡੀਏ। ਬਸ ਇਹੀ ਬੇਨਤੀ ਹੈ। ਧੰਨ ਗੁਰੂ ਅਰਜਨ ਸਾਹਿਬ ਬਚਨ ਕਰਦੇ ਆ, ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। हे ਵਾਹਿਗੁਰੂ ਜੀ, ਜਿੱਦਨ ਸਰੀਰ ਬਿਲਕੁਲ ਤੰਦਰੁਸਤ ਹੋਵੇ ਤੇ ਜਿਸ ਦਿਨ ਕੋਈ ਬਿਮਾਰੀ ਹੋ ਜਾਏ, ਤੂੰ ਕਿਰਪਾ ਕਰੀ, ਭਾਵੇਂ ਬਿਮਾਰ ਹੋਵਾਂ ਤੇ ਭਾਵੇਂ ਤੰਦਰੁਸਤ ਹੋਵਾਂ, ਮੇਰੀ ਜ਼ਿੰਦਗੀ 'ਚ ਨੇਮ ਨਾ ਕਦੀ ਖੋਈ, ਮੈਨੂੰ ਨੇਮ ਬਖਸ਼ੀ। ਹਜ਼ੂਰ ਕਹਿੰਦੇ ਨੇ ਇਹ ਤੇਰੇ ਕੰਮ ਆਏਗਾ। ਪਰ ਮੈਂ ਇੱਕ ਬੇਨਤੀ, ਮੈਂ 5-7 ਮਿੰਟ ਵੱਧ ਲੈਣੇ ਨੇ, ਅੱਜ ਪਹਿਲਾ ਦਿਨ ਹੈ ਨਾ। ਵੇਖੋ ਕਈ ਵਾਰੀ ਵਕਤੀ ਤੌਰ ਤੇ ਕੀਤੇ ਕੋਈ ਚੀਜ਼ ਇਕੱਠੀ ਦੀ ਵੈਲਿਊ ਉਦੋਂ ਨਹੀਂ ਹੁੰਦੀ, ਉਹਦੀ ਕੀਮਤ ਨਹੀਂ ਹੁੰਦੀ। ਕਹਿੰਦੇ ਜੋ ਲੈ ਲਿਆ ਪਤਾ ਨਹੀਂ ਇਹਦੀ ਕੀਮਤ ਹੈ ਕਿ ਨਹੀਂ। ਜਦੋਂ ਸਮਾਂ ਲੰਘ ਜਾਂਦਾ ਹੈ ਫਿਰ ਬੰਦਾ ਕਹਿੰਦਾ ਭਲੇ ਵਾਲਿਆ ਕੰਮ ਕਰ ਲਿਆ, ਅੱਜ ਕਿੰਨੀ ਵੈਲਿਊ ਬਣ ਗਈ। ਕਈ ਵਾਰੀ ਲੱਗਦਾ ਸੰਗਤ 'ਚ ਵਾਹਿਗੁਰੂ ਕਿਆ ਕੋਈ ਵੈਲਿਊ ਨਹੀਂ। ਜਿੱਦਣ ਇਸ ਜਿਸਮ ਵਿੱਚੋਂ ਆਤਮਾ ਨਿਕਲਣੀ ਹੈ ਨਾ, ਉਦਣ ਪਤਾ ਲੱਗਣਾ ਜਪਜੀ ਸਾਹਿਬ ਦੀ ਵੈਲਿਊ ਕੀ ਹੈ, ਨਾਮ ਦੀ ਕੀਮਤ ਕੀ ਹੈ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਹੀਰਾ ਹੱਥ ਵਿੱਚ ਹੋਵੇ ਬੰਦੇ ਨੂੰ ਕੀਮਤ ਦਾ ਕੋਈ ਪਤਾ ਨਹੀਂ। ਕਹਿੰਦਾ ਨਿੱਕਾ ਜਿਹਾ ਕੱਚ ਦਾ ਟੁਕੜਾ ਹੈ, ਜਿੱਦਣ ਗਰੀਬੀ ਆ ਜਾਏ ਕਿਸੇ ਜੋਰੀ ਨੂੰ ਦਿਖਾਇਓ, ਕਹਿੰਦਾ ਕਰੋੜਾਂ ਰੁਪਏ ਲੈ ਜਾ ਮੈਨੂੰ ਦੇ ਜਾ,
फिर कहता भला वेला सी, मैं तो सामभ के रखिया। आप ये पुराने समय हुंडी से, अज चैक ते ड्राफ्ट ने, प्लास्टिक मनी है, उंज तो चैक निक्का जा कागज है ड्राफ्ट, पर प्यारिओ जदों ते अखर लिखे जाते उस कागज की किन्नी कु कीमत पैंदी। सच्ची है, बहुत कुछ उन्होंने अखर खरीदया जाता है। खुंडी उत्ते लिखे हुए अखरां की कीमत का पता लग जाए जदों खुंडी कैश हुंदी है। बोर्ड का बीज अत दा सूक्ष्म हुंदा है, जिदन रुख विचों निकलदा है पता उदन लगदा है। इसे तरह कई बारी अनभोल बंदे कहंदे नाम का की फायदा, जपे होए दा उदों पता लगदा जदों शरीर नूं छड्डदा है। महाराज भाई साहब ने कहा, जैसे हीरा हाथ में तनक सै दिखाई देत, मोल किए ते दमकन भरत भंडार जी। जैसे बर बांडे कुंडी लागत न भार कछ, आगे चाहे पाइयत लक्ष्मी अपार जी। जैसे बट बीज अत सूखम स्वरूप होत, बोए सब विद करे बिरखा विस्तार जी। तैसे गुर बचन सचन गुर सिखन में, जानिए महात्म गई हर द्वार जी। महाराज कहते ने राम सिमर एक है तेरा काज है। हुण अगली रमज पा दी, मन नहीं लगता नाम च। महाराज कहते कम कर माया को संग त्याग, आ तरीका दस दिता, माया को संग त्याग। जेड़ा तेरी सुरत माया च खचता है ना, ते समझी बैठा सच्ची मुच्ची माया ही है ना। जदों सिमरन करने दृष्टमान चीज़ें दिसदियां ने, परिवार के रूप में, संसार के रूप में, मित्रां के रूप, दुश्मन। गुरु साहब कहते छड्ड दे सुरत करके इन्हां दा साथ, माया को संग त्याग। क्यों जी? क्योंकि तेनों सब तो वड्डा लगदा मेरे को इन्ना पैसा, मेरे ने बंदे, मेरा आ कुछ। गुरु जी कहते हैं ये तां त्यागया जाएगा प्रभ जू की शरण लाग, परमात्मा की शरण भी चला जा। तू राम सिमरना है, माया दे फुरनियां नूं त्याग दे, आ कुछ पर है झूठ। ते महाराज कहते प्रभ जू की शरण लाग, प्रभु दी शरण विच लग जा। महाराज किस तरह लगी इस दे अर्थ जे करने होण ते सोठ राग का शब्द असी कर लिया सी। प्रभ महाराज कहते मन रे प्रभ की शरण विचारो, प्रभ जू की शरण लाग। मैं यतन करना जी, आप सारी बाणी महाराज दी विचों लांगे बचन। प्रभ जू की शरण लाग, मन रे प्रभ की शरण विचारो। जे सिमरत गनका सी उदरी, ताको जस उरतारो। बड़े सौखे अर्थ ने। अटल भयो ध्रुव जाकै सिमरन, अर निरपय पद पाया। दुख हरताए बिद को स्वामी, तय काहे बिसराया। जब ही शरण गई कृपा निध, गज गराह ते छूटा। महिमा नाम कहाँ लो बरनू, राम सिमर ए है तेरे काज है। महिमा नाम दी किन्नी को महिमा करागा। जब ही शरण गई कृपा निध, गज गराह ते छूटा। महिमा नाम कहाँ लो बरनू, राम कहत बंधन ते टूटा। अजामल पापी जग जाने, निमख माय निस्तारा। नानक कहत चेत चिंता मन, राम सिमर। नानक कहत चेत चिंता मन, तै पी उतरै पारा। महाराज कहते ने माया को संग त्याग, प्रभ जू की शरण लाग। अगे जगत सुख मान मिथ्या, जेड़े जागतक सुख ने, जगत दा अर्थ संसार या दुनिया, जिन्ने सुख ने इत्थे याद रखियो। ये मान लफ्ज़ याद रखियो, अगे दोबारा फिर आना है। अर्थां च बनावट इक्को वे, स्पैलिंग इक्को वे, पर अर्थ बदल जाने ने। जगत सुख मान, इत्थे मान दा अर्थ है मन, यकीन जान। जिन्ने भी जगत दे सुख ने किसे रूप विच भी ने, मिथ्या दा अर्थ ने वो झूठे ने, वो मिथ ने। आ असली च मिथ है, जेड़े सच ने। जगत सुख मान मिथ्या, झूठो सब साज है। इत्थे चलो पाठ मैं साज ही करांगा, पर फारसी भी शब्द बनेगा साज, साजो समान। जिन्ने जगत दे सुख ने सब झूठे ने, मिथ्या ने। ये थोड़ी सकेनू सुख देंदे आ। हुण मान लो गर्मी है, एसी चलदा है, इनू सुख दिंदा है ना। फिर आत्मा का कई बारी अंदर वाला तो इस तरह उबलदा हुंदा, एसी थले बैठा जिवें थले किते अग लाई होवे, है तो मिथ्या। महाराज कहते जगत का सुख मिथ जान, इन्हें झूठ है। झूठो सब साज है, जिन्ना साजो समान कट्ठा किया प्यारिया, ये ते रखी सब झूठ है। कूड़ राजा, कूड़ प्रजा, कूड़ सब संसार, कूड़ मंडप, कूड़ मारी माड़ी,
कूड़ बैसनहार, ये झूठ है। कूड़ सोयना, कूड़ रूपा, कूड़ पैनन खार। जिन्ना सगत दा सुख है इनू ईमानदार ते निश्चित मन मेरी गल यकीन कर। महाराज कहते झूठो सब साज है रहाओ। हुण अगले बचन है, सुपने ज्यों धन पछान। यह धन इस तरह जिवें रात सुपना आया, तो सच्ची जी है तो सुपना ही ना, पर मनवा नहीं मानता। तां ही तां गुरु जी ने कहा, ज्यों सुपना अर पेखना ऐसे जग को जान। ये वही बचन है। सगल जगत है जैसे सुपना, बिनसत लगत ना बार। गुरु तेग बहादुर साहब, जग जीवन ऐसा सुपने जैसा। ये सुपना कह, सुपने ज्यों धन पछान। सुपने ज्यों दर्थ, सुपने दी तरह, जिवें ज्यों दर्थ करांगे जिवें। अर्थ इस तरह बन गई, क्योंकि पोइट्री विच, कविता विच शब्द अगे पिछे बनतर हुंदी। ज्यों सुपना नहीं है, सुपने ज्यों, जिवें सुपना। धन पछान, जिवें सुपना है इस तरह धन नूं पछान। अर्थ ये बन गए, जिवें सुपना आया गया तो महाराज कहते ने, काहे पर करत मान। काहे दा अर्थ किदे ते, क्यों मान करी बैठा। हुण याद रखियो, पहला मैं शब्द पाठ पढ़िया सी, जगत सुख मान मिथ्या। उत्थे मम्मा कन्ना नन्ने नूं औंकड़, इत्थे मम्मा कन्ना नन्ने नूं औंकड़, पर अर्थ बदल गया। उत्थे मानदार सी यकीन कर मेरी गल मन, इत्थे मानदार हो गया हंकार। ये मैं आपां लाने आ स्क्रीन भी शब्द इको ही है। मान लो हुण अज यही दो शब्द देख लीए, एक मानदार थे मन, दूजा मानदार थे हंकार। महाराज कहते ने, सुपने जो धन पछान, काहे पर करत मान। कादे ते मान करना मेरा इन्ना कुछ, जेड़ा है ही सुपना, सुपने ते मान नहीं करीदा हुंदा, क्योंकि अखां खुल जान ते सुपना खत्म हो जाता। हजूर कहते ने, इनू इं है, काहे पर करत मान। तू कादा मान करदा है, इहदा हंकार ना कर। कहा नर गर्भ च थोड़ी बात, मन दस नाज, टका चार गांठी, एंडो टेडो जान। महाराज शब्द वरदे, कबीर साहब का शब्द। कहा नर गर्भ च थोड़ी जी गल ते मान करी बैठा। की मन दस नाज, इत्थे अनाज नहीं वरत्या, याद रखियो, नन्ना ही लाया नाज। 10 मन तेरे पड़ोले च दाने ने, तू सारे पिंड सुकने पाया पे। सारा पिंड सच्ची सीधे शब्द ने, है तेरे पल्ले की। आ पड़ोला तेरा मुख, पड़ोला सब समझते हैं, ड्रम कहते कई, उन्हें मिट्टी वाला पड़ोले दाने पाते होंगे सन। 10 मन तेरे घर दाने ने, ते 4 टके गंढ च बन्नी बैठा। तू तुरदा बड़ा पुट्ठा पुट्ठा, किन्ना भैड़ा वेना लोगों। एडो टेडो जा, तू किन्ना टेढ़ा टेढ़ा चलना पे। महाराज कहते ने, प्यारे चेते रखी, ये हंकार झूठा है। महाराज फिर ये लगदा क्यों, दिसदा क्यों। कह लगे, बारू की भीत, बारू की भीत जैसे वसुदा को राज है। फिर बिनती, बारू दा अर्थ है बालू, बालू दा अर्थ है रेत। की भीत, भीत दा अर्थ है कंध, दीवार। जिवें जैसे अर्थ जे इनू देली दीपक भी करिए तो अर्थ बड़े ठीक लगणगे ना। जैसे वसुदा को राज है, बारू भीत, बारू की भीत जैसे, जिस तरह रेत दी कंध है। महाराज कहते ने, वसुदा दा अर्थ है धरती, को दा अर्थ है दा, राज दा अर्थ है राज भाग। जिवें रेत दी कंध उसारी गई तो वह दसदी पई भी है रेत, पर प्यारिओ जदों थोड़ी जी किरण पई सूरज दी, हवा चली, रेत जमीन ते डिग पैनी है। वसुदा को राज है। महाराज कहते ने, एक देश नहीं, पूरी धरती दा राज। इस तरह जिवें रेत दी कंध, प्यारिया दे जांदियां देर कोई नहीं लगनी। इसे करके गुरु जी ने कहा, जीत फिरे सब देश दिशान को, बाजत ढोल मृदंग निगारे, गुंजत गूढ़ गजान के सुंदर खिंसत है राज हजारे। भूत भविख भगवान के भूपत, कौन गने नी जात बिचारे। श्रीपत श्री भगवान भजे बिन, अंत को अंत के धाम सिधारे। प्यारिओ, बारू की भीत जैसे वसुदा को राज है। इस धरती का राज भी सिर्फ रेत की कंध है। अगे महाराज कहते हैं, मैं तेन एक गल दसन लगा। ये प्रकरण देखो, अगले शब्द चलेगा, नानक जन कहत बात। अपने आप को दासा भाव च महाराज कहते, गुरु तेग बहादुर दास नानक, तेनों एक बात कहता है, गल कहते ने। मैं तेनों ये गल सुनान लगा। महाराज कहते, नानक जन कहत बात, मैं तेनों कह रहा। हुण सच्ची मुच्ची जदों बाणी पढ़ी दी है ना,
ਹੁਣ ਇਸ ਸ਼ਬਦ ਨੂੰ ਜੇ मैं सोचा संगत ਨੂੰ ਕਿਹਾ ਜੇ ਆਪਣੇ ਤੇ ਟੁਕਾਵਾਂ, नानक जन कहत बात, दास नानक के बात कह रहे, ये बात बता रहे हैं कि बिन सिजाए है तेरो गात। मैं तेनों गल कह रहा बिन सिजाए है, बिन सिदारते ने खत्म हो जाना है, बिन सिजाए है किने तेरो गात, गात दा अर्थ है शरीर, काया, तेरा आ वजूद। कहने मैं एक तेनों बात दसा जी, दसो। कह लगे गल चेते रखी, तेरे शरीर ने एक दिन खत्म हो जाना है। नानक जन कहत बात, बिन सिजाए है तेरो गात। अगे महाराज ने साड़ी आलस नूं दसिया, छिन छिन कर गयो काल। फिर बिनती, छिन छिन खिन खिन करके, अद्धा अद्धा सकिंट करके, सकिंट तो बहुत वड्डा, अख झमकण जिन्ना समा लै लैके, छिन छिन खिन खिन करके गयो काल। काल दा अर्थ इत्थे कल करांगे समा। कल जिहड़ा महाराज कहे तू कल जिहड़ा कहंदा पिया सैं ते कल तेरा निकल गया ना खिन खिन करके, ते जिहड़ा कल गया तैसे जात आज है। जिस तरह कल चला गया उस तरह तैसे दर थे, उस तरह जात जात दर ते जांदा पिया, आज दर्थ आज है। अज तेरे कोल चल गया वो बंदिया, कल भी खिन खिन करके चला गया ते अज भी इस तरह तुर गया जिवें कल तुर गया सी। फिर बिनती है महाराज कहते, नानक जन कहत बात, बिन सिजाए है तेरो गात, छिन छिन कर गयो काल। जिस तरह कल खिन खिन करके निकल गया प्यारिओ सच्ची जे, तैसे जात आज है, इस तरह अज भी निकल गया। कल कहते सा कल करांगे बंदगी, कल तुर गया ना, ते अज फिर कल करके हल ते सड़ दिता। मैं अपने एक दिन क्या सी, कल कदी नहीं आउंदा, अज ही आउंदा है। कल जिदन आउंदा है मौत बन के आउंदा हुंदा है। सतगुरु सच्चे पातशाह सानू समझा रहे ने, पर इसे शब्द नूं मैं थोड़ा जिहा कल नूं अगे बेनती करांगा। अज थोड़ा जिहा मंगल दी कथा करनी जरूरी सी। आप संगत दा बहुत बहुत धन्नवाद। मैं प्रबंधक वीरां दा शुक्रगुजार हाँ, तुहाडे दर्शन कराए तो मैं इन्होंने कह भी दिता भी सच्ची गल मैं कहा अनाउंसमेंट कर दिया जे किते कहना भी ये परसों गया से अज फिर आ गया। तो इस करके मैं आया डरदी हाँ थोड़ा जिहा, क्योंकि प्रचारक की जिंदगी बड़ी औखी है, बहुत औखी है। 16 की सेज है। एक बारी तुसी इंटरव्यू दिती, घर बैठे काम करी जाओ। ये विचारा सच्ची विचार ही शब्द वरतांगा, पर आप संगत का बहुत बहुत धन्नवाद जी। आप जी ने मैनू बुलाया, मैं तुहाडे दर्शन करना है।